ਬਿਕੋਜ਼ ਸਿੱਖਿਆ ਦੇ ਵਿੱਚ ਜਦੋਂ ਤੁਸੀਂ ਇਨਵੈਸਟ ਕਰੋਗੇ ਤਾਂ ਤੁਹਾਡਾ ਜਿਹੜਾ ਆਉਣ ਵਾਲਾ ਭਵਿੱਖ ਹੈਗਾ ਉਹ ਬਹੁਤ ਹੀ ਚਾਨਣ ਮੁਨਾਰੇ ਵਾਲਾ ਹੋਵੇਗਾ। ਐਜੂਕੇਸ਼ਨ ਇਸ ਵੇਲੇ ਬਹੁਤ ਮਹਿੰਗੀ ਹੋ ਚੁੱਕੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕਈ ਅਪਾਇੰਟਮੈਂਟਾਂ ਹੋਈਆਂ ਨੇ ਜਿਹੜੀਆਂ ਜਦੋਂ PhD ਕਰ ਰਹੇ ਸੀਗੇ ਤਾਂ ਉਦੋਂ ਉਹਨਾਂ ਦੀਆਂ ਸਟਾਈਫੰਡ ਸੀਗਾ ਕੋਈ 30 35 40 ਇੰਨਾ ਕੁ ਮਿਲਦਾ ਸੀਗਾ। ਜਦੋਂ ਅਪਾਇੰਟਮੈਂਟਸ ਹੋਈਆਂ ਤਾਂ ਉਦੋਂ ਸੈਲਰੀ ਮਿਲੀ 15,000 ਰੁਪਈਆ। ਯਾਰ ਇਹ ਕੋਈ ਮਜ਼ਾਕ ਹੈਗਾ? ਟੀਚਰਸ ਦੇ ਵਾਸਤੇ ਮੈਨੂੰ ਲੱਗਦਾ ਕਿ ਇੱਕ ਅਨਵੈਲਕਮ ਸਟੈਪ ਹੈਗਾ ਕਿ ਜਿਹੜੇ ਤੁਸੀਂ ਇੰਟਰਵਿਊ ਰੱਖ ਰਹੇ ਹੋ। ਇੱਕ ਤਾਂ ਹੈਗਾ ਐਜੂਕੇਸ਼ਨ, ਦੂਸਰਾ ਹੈਗਾ ਹੈਲਥ, ਤੀਸਰੀ ਹੈਗੀ ਸੋਸ਼ਲ ਸਿਕਿਉਰਿਟੀ। ਅੱਜ ਸਰਕਾਰਾਂ ਇਹ ਤੁਹਾਨੂੰ ਮੁਫਤ ਜਾਂ ਵਧੀਆ ਤਰੀਕੇ ਨਾਲ ਦੇਣ ਲੱਗ ਪੈਣ ਤਾਂ ਦਿਨਾਂ 'ਚ ਤੁਹਾਡੇ ਸਟੇਟ ਦੀ, ਤੁਹਾਡੀ ਕੰਟਰੀ ਦੀ, ਤੁਹਾਡੇ ਏਰੀਆ ਦੀ ਨੁਹਾਰ ਬਦਲ ਸਕਦੀ। ਸਟੂਡੈਂਟਸ ਦੇ ਵਾਸਤੇ ਇਹ ਪਾਲਿਸੀ ਬੈਨੀਫਿਟ ਹੈਗੀ ਹੈ। ਭਾਰਤ ਸਰਕਾਰ ਵੱਲੋਂ 34 ਸਾਲਾਂ ਬਾਅਦ ਨਵੀਂ ਸਿੱਖਿਆ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਸਿੱਖਿਆ ਨੀਤੀ ਦੇ ਵਿੱਚ ਕਈ ਵੱਡੇ ਬਦਲਾਅ ਕੀਤੇ ਗਏ ਨੇ। ਆਸਾਨ ਭਾਸ਼ਾ ਦੇ ਵਿੱਚ ਸਮਝਣ ਲਈ ਇਸ ਸਿੱਖਿਆ ਨੀਤੀ ਨੂੰ ਮੇਰੇ ਨਾਲ ਖਾਲਸਾ ਕਾਲਜ ਤੋਂ ਅਸਿਸਟੈਂਟ ਪ੍ਰੋਫੈਸਰ ਕਰਨਵੀਰ ਸਿੰਘ ਅਤੇ ਹਰਜੀਤ ਸਿੰਘ ਜੀ ਮੌਜੂਦ ਨੇ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਤੋਂ ਜਾਣਾਂਗੇ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਬਣਾਈ ਗਈ ਹੈ, ਜਿਹਨੂੰ ਮਨਜ਼ੂਰੀ ਦਿੱਤੀ ਗਈ ਹੈ, ਇਹਦੇ ਕੀ ਫਾਇਦੇ ਰਹਿਣਗੇ, ਵਿਦਿਆਰਥੀਆਂ ਨੂੰ ਕੀ ਫਾਇਦੇ ਹੋਣਗੇ, ਤਮਾਮ ਜਾਣਕਾਰੀ ਲੈਂਦੇ ਹਾਂ ਇਹਨਾਂ ਤੋਂ। ਸਭ ਤੋਂ ਪਹਿਲਾਂ ਸਰ ਸਵਾਗਤ ਹੈ TV ਪੰਜਾਬ ਤੇ। ਸ਼ੁਕਰੀਆ ਸਰ। ਜਿਹੜੀ ਨਵੀਂ ਸਿੱਖਿਆ ਪਾਲਿਸੀ ਬਣੀ ਹੈ, ਐਜੂਕੇਸ਼ਨ ਪਾਲਿਸੀ ਨੂੰ ਮਨਜ਼ੂਰੀ ਮਿਲੀ ਹੈ, ਇਹਨੂੰ ਸਭ ਤੋਂ ਪਹਿਲਾਂ ਇਹ ਦੱਸੋ ਵੀ ਇਹਨੂੰ ਕਿਵੇਂ ਦੇਖਦੇ ਹੋ? ਪਹਿਲਾਂ ਤਾਂ ਦੇਖੋ ਜਿਹੜੀ ਪਾਲਿਸੀ ਮੈਟਰ ਹੁੰਦਾ ਦਾ ਇੱਕ ਡੀਪ ਇਨਫਲੂਐਂਸ ਜਾਂਦਾ ਹੈਗਾ ਪੂਰੀ ਸਮਾਜ ਦੇ ਵਿੱਚ, ਸੁਸਾਇਟੀ ਦੇ ਵਿੱਚ। ਐਗਜ਼ਾਮਪਲ ਲੈ ਸਕਦੇ ਹਾਂ ਅਸੀਂ 1835 ਦੇ ਵਿੱਚ ਲਾਰਡ ਮੈਕਾਲੇ ਨੇ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਭਾਸ਼ਾ ਨੂੰ ਬਣਾਇਆ ਸੀਗਾ। ਉਹਦਾ ਆਪਣਾ ਕਹਿਣਾ ਸੀਗਾ ਕਿ ਜੋ ਹਿੰਦੁਸਤਾਨੀ ਅਸੀਂ ਪੈਦਾ ਕਰਨ ਜਾ ਰਹੇ ਹਾਂ ਉਹ ਦੇਖਣ ਦੇ ਵਿੱਚ ਤਾਂ ਹਿੰਦੁਸਤਾਨੀ ਹੋਣਗੇ ਬਟ ਸੋਚ ਵਿਚਾਰ ਦੇ ਪੱਖੋਂ ਉਹ ਅੰਗਰੇਜ਼ੀ ਹੋਣਗੇ। ਸੋ ਉਸ ਪਾਲਿਸੀ ਦਾ ਇੰਨਾ ਅਸਰ ਹੈ ਕਿ ਅੱਜ ਅਸੀਂ ਆਪਣੀ ਮਾਂ ਬੋਲੀ ਤੋਂ ਦੂਰ ਹੋ ਰਹੇ ਹਾਂ। ਸਾਡੇ ਵਾਸਤੇ ਇੰਗਲਿਸ਼ ਭਾਸ਼ਾ ਦਾ ਇੰਨਾ ਤਗੜਾ ਜਨੂਨ ਹੈਗਾ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਇੱਕ ਤਰੀਕੇ ਨਾਲ ਵਿਸਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੀ ਪਾਲਿਸੀ ਹੈਗੀ ਆ ਹੁਣ ਆਈ ਆ, ਇਹ ਅਸਲ ਦੇ ਵਿੱਚ ਕੋਈ ਅਚਾਨਕ ਵਾਪਰਿਆ ਕੋਈ ਵਰਤਾਰਾ ਨਹੀਂ ਹੈਗਾ। BJP ਗਵਰਨਮੈਂਟ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ 2014 ਵਿੱਚ ਹੀ ਲਿਖ ਦਿੱਤਾ ਸੀ ਕਿ ਜਦੋਂ ਅਸੀਂ ਆਵਾਂਗੇ ਤਾਂ ਅਸੀਂ ਇੱਕ ਨਵੀਂ ਸਿੱਖਿਆ ਨੀਤੀ ਲੈ ਕੇ ਆਵਾਂਗੇ। ਸੋ ਉਹਦੇ ਅਕੋਰਡਿੰਗਲੀ ਹੀ ਉਹਨਾਂ ਨੇ ਜੋ ਡਰਾਫਟ ਬਣਾਇਆ ਗਿਆ ਸੀਗਾ 2019 ਦਾ, ਜੋ ਪਬਲਿਕ ਦੇ ਸਾਹਮਣੇ ਪੇਸ਼ ਕੀਤਾ ਹੈਗਾ ਤਾਂ ਕੋਈ 2 ਲੱਖ ਦੇ ਕਰੀਬ ਸੁਝਾਅ ਆਏ ਸੀਗੇ। ਸੋ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜੋ ਨਵੀਂ ਪਾਲਿਸੀ ਆਈ ਹੈ ਹੁਣ, ਉਹਦੇ ਵਿੱਚ ਕਾਫੀ ਕੁਛ ਬਦਲਾਵ ਹੈਗਾ, ਢਾਂਚੇ ਦੇ ਵਿੱਚ ਵੀ ਹੈਗਾ ਤੇ ਸਟੂਡੈਂਟ ਸੈਂਟਰਿਕ ਐਂਡ ਟੀਚਰ ਸੈਂਟਰਿਕ ਕੀ ਗੱਲਾਂ ਨੇ ਜੋ ਮੈਂ ਪੜ੍ਹੀਆਂ ਹੈਗੀਆਂ ਨੇ ਉਹ ਆਪਾਂ ਗੱਲਬਾਤ ਰਾਹੀਂ ਸਾਂਝੇ ਕਰਦੇ ਹੈਗੇ ਹਾਂ। ਪਹਿਲੀ ਗੱਲ ਤਾਂ ਆਪਾਂ ਇਹਦੇ ਵਿੱਚ ਦੇਖਦੇ ਹਾਂ ਕਿ ਜੋ ਸਿੱਖਿਆ ਦਾ ਮੂਲ ਹੈਗਾ, ਜਿਹੜਾ ਫੰਡਾਮੈਂਟਲ ਹੈਗਾ, ਉਹ ਪ੍ਰਾਇਮਰੀ ਐਜੂਕੇਸ਼ਨ ਆ। ਸੋ ਉਹਦੇ ਵਿੱਚ ਜਿਸ ਤਰ੍ਹਾਂ ਉਹਨੇ 5+3+3+4 ਕੀਤਾ ਹੈਗਾ ਤਾਂ ਸਿੱਖਿਆ ਨੂੰ ਇੱਕ ਗਰਾਊਂਡ ਲੈਵਲ ਤੋਂ 5ਵੀਂ ਤੱਕ ਉਹਨਾਂ ਨੇ ਮਾਂ ਬੋਲੀ ਦੇ ਨਾਲ ਜੋੜਿਆ ਹੈਗਾ। ਸਿੱਖਿਆ ਪਹਿਲਾਂ ਵੀ ਮਾਂ ਬੋਲੀ 'ਚ ਲਿੱਤੀ ਜਾ ਰਹੀ ਹੈਗੀ ਆ ਬਟ ਕਿਤੇ ਨਾ ਕਿਤੇ ਉਹਦੀ ਘਾਟ ਵੀ ਹੈਗੀ ਆ, ਐਗਜ਼ਿਸਟ ਕਰਦੀ ਹੈਗੀ ਆ। ਸੋ ਜਦੋਂ ਬੱਚਾ ਆਪਣਾ ਸੈਕੰਡ ਜਮਾਤ ਤੋਂ ਬਾਅਦ ਅਗਲੇ ਜਿਹੜੇ 3 ਸਾਲ 5ਵੀਂ ਤੱਕ ਲਗਾਏਗਾ ਤਾਂ ਉਸ ਤੋਂ ਬਾਅਦ ਫਿਰ ਮਿਡਲ ਸਕੂਲ ਤੱਕ ਲਗਾਏਗਾ 3 ਸਾਲ ਐਂਡ ਪਲੱਸ ਉਸ ਤੋਂ ਬਾਅਦ ਫਿਰ ਉਹ 12ਵੀਂ ਤੱਕ ਜਾਵੇਗਾ। 12ਵੀਂ ਤੋਂ ਬਾਅਦ ਉਹਦੇ ਕੋਲ ਮਲਟੀਪਲ ਆਪਸ਼ਨਸ ਹੋਣਗੀਆਂ। ਜਿਵੇਂ ਕਿ ਪਹਿਲਾਂ ਅਸੀਂ ਮੰਨ ਕੇ ਚੱਲਦੇ ਹਾਂ ਕਿ ਤੁਸੀਂ BA ਕਰ ਰਹੇ ਹੋ, BSc ਕਰ ਰਹੇ ਹੋ ਤਾਂ ਸਿਰਫ ਤੁਸੀਂ ਸਾਇੰਸ ਸਬਜੈਕਟ ਲੈ ਸਕਦੇ ਹੋ ਜਾਂ ਕੇਵਲ ਆਰਟਸ ਸਬਜੈਕਟ ਲੈ ਸਕਦੇ ਹੋ। ਪਰ ਇਸ ਪਾਲਿਸੀ ਦੇ ਵਿੱਚ ਵਿਦਿਆਰਥੀ ਨੂੰ ਇਹ ਚੁਆਇਸ ਦਿੱਤੀ ਗਈ ਹੈਗੀ ਆ ਕਿ ਉਹ +2 ਕਰਨ ਤੋਂ ਬਾਅਦ ਜੇ ਉਹ ਆਪਣਾ ਡਿਗਰੀ ਕਰ ਰਿਹਾ ਹੈਗਾ ਤਾਂ ਉਹ ਫਿਜ਼ਿਕਸ ਦੇ ਨਾਲ ਨਾਲ ਉਹ ਮਿਊਜ਼ਿਕ ਵੀ ਰੱਖ ਸਕਦਾ ਹੈਗਾ ਮੇਜਰ ਐਂਡ ਮਾਈਨਰ ਸਬਜੈਕਟ ਦੇ ਤੌਰ ਦੇ ਉੱਪਰ। ਐਂਡ ਦੂਸਰੀ ਗੱਲ ਇਹ ਹੈਗੀ ਹੈ ਕਿ ਕਿਸੇ ਕਾਰਨ ਜੇ ਮੰਨ ਲਓ 1 ਸਾਲ ਬਾਅਦ ਕੋਈ ਵਿਦਿਆਰਥੀ ਆਪਣੀ ਡਿਗਰੀ ਪਰਸਿਊ ਨਹੀਂ ਕਰਨ ਜਾ ਰਿਹਾ ਹੈਗਾ ਤਾਂ ਉਹਦਾ ਉਹ 1 ਸਾਲ ਖਰਾਬ ਨਹੀਂ ਮੰਨਿਆ ਜਾਵੇਗਾ, ਉਸਨੂੰ ਉਹਦੀ ਇਨਵੈਸਟਮੈਂਟ ਹੀ ਮੰਨਿਆ ਜਾਵੇਗਾ, ਐਕਸਪੈਂਡੀਚਰ ਨਹੀਂ ਮੰਨਿਆ ਜਾਵੇਗਾ। ਇਨਵੈਸਟਮੈਂਟ ਤੋਂ ਆਪਾਂ ਗੱਲ ਕਰਦੇ ਹਾਂ ਕਿ ਸਾਡੇ ਇੱਥੇ ਮੋਸਟਲੀ ਇਹ ਮੰਨ ਲਿਆ ਜਾਂਦਾ ਕਿ ਸਿੱਖਿਆ ਦੇ ਉੱਪਰ ਅਸੀਂ ਐਕਸਪੈਂਡੀਚਰ ਕਰ ਰਹੇ ਹਾਂ। ਗਵਰਨਮੈਂਟ ਆਫ ਇੰਡੀਆ ਵੀ ਕਹਿੰਦੀ ਹੈ ਕਿ ਸਾਡਾ ਜਿਹੜਾ ਐਕਸਪੈਂਡੀਚਰ ਹੈਗਾ ਹੁਣ ਅਸੀਂ GDP ਦਾ 6% ਲੈ ਕੇ ਜਾਵਾਂਗੇ। ਮੇਰਾ ਮੰਨਣਾ ਕਿ ਇਸਨੂੰ ਐਕਸਪੈਂਡੀਚਰ ਨਾ ਬੋਲੋ, ਇਹਨੂੰ ਇਨਵੈਸਟਮੈਂਟ ਬੋਲੋ। ਬਿਕੋਜ਼ ਸਿੱਖਿਆ ਦੇ ਵਿੱਚ ਜਦੋਂ ਤੁਸੀਂ ਇਨਵੈਸਟ ਕਰੋਗੇ ਤਾਂ ਤੁਹਾਡਾ ਜਿਹੜਾ ਆਉਣ ਵਾਲਾ ਭਵਿੱਖ ਹੈਗਾ ਉਹ ਬਹੁਤ ਹੀ ਜ਼ਿਆਦਾ ਚਾਨਣ ਵਾਲਾ, ਬਹੁਤ ਹੀ ਚਾਨਣ ਮੁਨਾਰੇ ਵਾਲਾ ਹੋਵੇਗਾ। ਛੋਟੀ ਜਿਹੀ ਐਗਜ਼ਾਮਪਲ ਆਪਾਂ ਲੈ ਲੈਂਦੇ ਹਾਂ। ਸਾਡਾ ਛੋਟਾ ਜਿਹਾ ਗੁਆਂਢੀ ਦੇਸ਼ ਹੈਗਾ ਭੂਟਾਨ, ਉਹ ਸਿੱਖਿਆ ਦੇ ਉੱਪਰ 7.5% ਇਨਵੈਸਟਮੈਂਟ ਕਰ ਰਿਹਾ। ਉਹਦੇ ਮੁਕਾਬਲੇ ਸਾਡੇ ਦੇਸ਼ ਦੇ ਵਿੱਚ ਇਨਵੈਸਟਮੈਂਟ ਕੀ ਹੈਗੀ ਆ 2.7%। ਆਜ਼ਾਦੀ ਦੇ 70 ਸਾਲਾਂ ਤੋਂ ਬਾਅਦ ਹੁਣ ਤੱਕ ਦੇ ਕਦੀ ਵੀ GDP ਦੀ ਇਨਵੈਸਟਮੈਂਟ 3% ਤੋਂ ਉੱਪਰ ਨਹੀਂ ਗਈ ਹੈਗੀ।
ਐਂਡ ਉਹਦੇ ਕੰਪੈਰੇਟਿਵਲੀ ਜੇ ਆਪਾਂ ਦੁਨੀਆ ਦੇ ਹੋਰ ਦੇਸ਼ ਦੇਖੀਏ, ਲਾਈਕ ਫਿਨਲੈਂਡ ਦੇਖੀਏ, ਜਿਹਦਾ ਕਿ ਮਾਡਲ ਦੁਨੀਆ ਦੇ ਵਿੱਚ ਸਭ ਤੋਂ ਟੌਪ ਦਾ ਮੰਨਿਆ ਜਾਂਦਾ ਹੈਗਾ, ਉਹ 7% ਤੋਂ ਉੱਪਰ ਇਨਵੈਸਟ ਕਰ ਰਿਹਾ। ਸਾਡਾ ਗੁਆਂਢੀ ਮੁਲਕ ਹੈਗਾ 4%, ਚਾਈਨਾ, ਉਹ ਇਨਵੈਸਟ ਕਰ ਰਿਹਾ ਹੈਗਾ। ਸੋ ਇਟ ਮੀਨ ਕਿ ਇਹ ਜੋ 6% GDP ਇਨਵੈਸਟਮੈਂਟ ਦੀ ਗੱਲ ਕੀਤੀ ਹੈ, ਇੱਕ ਬਹੁਤ ਹੀ ਵੈਲਕਮ ਸਟੈਪ ਹੈਗਾ। ਪਰ ਇੱਥੇ ਇੱਕ ਹੋਰ ਗੱਲ ਮੈਂ ਐਡ ਕਰਨੀ ਚਾਹਾਂਗਾ ਕਿ ਇਹ 6% ਜਿਹੜਾ ਸੁਪਨਾ ਹੈਗਾ ਨਾ, ਇਹ ਹੁਣ ਨਹੀਂ ਦੇਖਿਆ ਗਿਆ। ਇਹ ਜੋ ਪਹਿਲੀ ਐਜੂਕੇਸ਼ਨ ਪਾਲਿਸੀ ਬਣੀ ਸੀ ਕੋਠਾਰੀ ਕਮਿਸ਼ਨ ਦੇ ਰਿਕਮੈਂਡੇਸ਼ਨ ਦੇ ਉੱਪਰ 1968 ਦੇ ਵਿੱਚ, ਇਹ ਉਦੋਂ ਹੀ ਰਿਕਮੈਂਡ ਕਰ ਦਿੱਤਾ ਗਿਆ ਸੀਗਾ ਕਿ ਸਾਡੀ ਐਜੂਕੇਸ਼ਨ ਦਾ ਜਿਹੜਾ ਐਕਸਪੈਂਡੀਚਰ ਹੈਗਾ ਜਾਂ ਇਨਵੈਸਟਮੈਂਟ ਹੈਗੀ ਆ, ਉਹ 6% ਚਾਹੀਦੀ ਆ। ਤੇ 1986 ਦੇ ਵਿੱਚ ਜਦੋਂ ਸੈਕੰਡ ਪਾਲਿਸੀ ਆਪਣੀ ਬਣੀ ਹੈਗੀ ਆ, ਉਸੇ ਸਮੇਂ ਸਾਡੀ ਜਿਹੜੀ ਆਪਣੀ ਐਜੂਕੇਸ਼ਨ ਡਿਪਾਰਟਮੈਂਟ ਸੀਗਾ, ਉਹਦਾ ਨਾਮ ਬਦਲ ਕੇ HRD ਮਿਨਿਸਟਰੀ ਰੱਖਿਆ ਗਿਆ ਸੀਗਾ, ਮਿਨਿਸਟਰੀ ਹਿਊਮਨ ਰਿਸੋਰਸ ਐਂਡ ਡਿਵੈਲਪਮੈਂਟ। ਤੇ ਹੁਣ ਦੁਬਾਰਾ ਜਿਹੜਾ ਉਹਦਾ ਨਾਮਕਰਨ ਕੀਤਾ ਗਿਆ ਹੈਗਾ ਕਿ ਹੁਣ ਅਸੀਂ ਦੇਸ਼ ਦੇ ਜਿਹੜਾ HRD ਮਿਨਿਸਟਰੀ ਹੈਗਾ, ਉਸਨੂੰ ਅਸੀਂ ਸਿੱਖਿਆ ਮੰਤਰੀ ਕਹਾਂਗੇ। ਸੋ ਇੱਕ ਆਮ ਭਾਸ਼ਾ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪਹਿਲਾਂ ਲੋਕ ਪੁੱਛਦੇ ਸਿੱਖਿਆ ਮੰਤਰੀ ਕੌਣ ਹੈਗਾ, ਹੁਣ ਤੁਸੀਂ ਕਹਿ ਸਕਦੇ ਹੋ ਕਿ ਜਿਸ ਤਰ੍ਹਾਂ ਪੋਖਰਿਆਲ ਸਾਹਿਬ ਹੈਗੇ ਆ, ਸਾਡੇ ਸਿੱਖਿਆ ਮੰਤਰੀ ਹੈਗੇ ਆ। ਸੋ ਨਾਮ ਬਦਲਣਾ ਦੇਖੋ ਕਿੰਨਾ ਕੁ ਫਰਕ ਪੈਂਦਾ ਹੈਗਾ, ਉਹ ਤਾਂ ਮੈਨੂੰ ਲੱਗਦਾ ਕੁਛ ਫਰਕ ਪੈਂਦਾ ਨਹੀਂ ਹੈਗਾ। ਪਲਾਨਿੰਗ ਕਮਿਸ਼ਨ ਦਾ ਨਾਮ ਬਦਲ ਕੇ ਆਪਾਂ ਨੀਤੀ ਆਯੋਗ ਰੱਖ ਦਿੱਤਾ, ਤੇ ਆਪਾਂ ਦੇਖੀਏ ਵੀ ਕਿੰਨੀ ਅਨਇੰਪਲੋਇਮੈਂਟ ਵੱਧ ਚੁੱਕੀ ਹੈਗੀ ਹੈ, ਇਨਫਲੇਸ਼ਨ ਕਿੰਨੀ ਵੱਧ ਚੁੱਕੀ ਹੈਗੀ ਹੈ, ਤਾਂ ਉਹਦਾ ਕੋਈ ਖਾਸ ਫਰਕ ਨਹੀਂ ਹੈਗਾ। ਪਰ ਜਿਹੜੀ ਸਿੱਖਿਆ ਦੀ ਪਾਲਿਸੀ ਹੈਗੀ ਆ, ਉਹਦੇ ਵਿੱਚ ਨੀਤੀਗਤ ਜੋ ਚੇਂਜਸ ਆਉਣਗੀਆਂ ਸਾਡੇ ਆਉਣ ਵਾਲੇ ਸਮਾਜ ਦੇ ਵਿੱਚ, ਉਹ ਕਿਤੇ ਨਾ ਕਿਤੇ ਪੋਜ਼ਿਟਿਵ ਵੀ ਆਉਣਗੀਆਂ, ਤੇ ਕਿਤੇ ਨਾ ਕਿਤੇ ਹਾਇਰ ਐਜੂਕੇਸ਼ਨ ਦੇ ਵਿੱਚ ਕੁਝ ਨੈਗੇਟਿਵ ਕਨਸੈਪਟ ਵੀ ਹੈਗੇ ਨੇ। ਫੋਰ ਐਗਜ਼ਾਮਪਲ, ਜਿਸ ਤਰ੍ਹਾਂ ਹੁਣ ਆਪਾਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਸਕੂਲ ਟੀਚਰ ਦੀ ਪਹਿਲਾਂ ਗੱਲ ਕਰ ਲਈ ਆਪਾਂ ਜੀ। ਮੈਂ ਇੱਥੇ ਇੱਕ ਗੱਲ ਹੋਰ ਵੀ ਪੁੱਛਣੀ ਚਾਹੁੰਦਾ, ਜਿਹੜੀ 5ਵੀਂ ਤੱਕ ਜਿਹੜੀ ਪੰਜਾਬੀ ਮਾਤਰ ਭਾਸ਼ਾ ਜਿਹੜੀ ਉਹਨੂੰ ਵੀ ਲਾਜ਼ਮੀ ਕੀਤਾ ਗਿਆ 5ਵੀਂ ਪਲੱਸ ਤੱਕ? ਹਾਂਜੀ, ਇਹ ਸਾਰੇ ਦੇਸ਼ ਦੇ ਵਿੱਚ ਹੀ ਹੈਗਾ। ਇਨਫੈਕਟ ਇਹ ਤਾਂ ਪਹਿਲਾਂ ਹੀ ਆਪਣੇ ਲਾਗੂ ਹੈਗਾ ਜੀ। ਸਾਡੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਤੁਹਾਡੀ ਜਿਹੜੀ ਮਾਂ ਬੋਲੀ ਹੈਗੀ ਆ, ਤੁਸੀਂ ਉਹ 'ਚ ਸਿੱਖਿਆ ਲੈਣੀ ਹੀ ਲੈਣੀ ਹੈਗੀ, ਸਾਰਾ ਜਿਹੜਾ ਬੱਚਾ ਪੜ੍ਹਦਾ ਹੈਗਾ। ਹਾਂ, ਕਿ ਐਕਸੈਪਸ਼ਨ ਹੈਗੀ ਆ, ਜਿਸ ਤਰ੍ਹਾਂ ਕੇਂਦਰੀ ਵਿਦਿਆਲਿਆਸ ਹੈਗੇ ਨੇ, ਉਹਨਾਂ 'ਚ ਬੱਚੇ ਆਪਣੀ ਪੰਜਾਬੀ ਨਹੀਂ ਪੜ੍ਹਦੇ ਹੈਗੇ। ਤੇ ਸਾਡੇ ਪੰਜਾਬ ਦੇ ਵਿੱਚ ਕਿਉਂਕਿ ਗਵਰਨਮੈਂਟ ਸਕੂਲ ਕੋਈ ਵੀ ਹੈਗਾ, ਈਵਨ ਗਵਰਨਮੈਂਟ ਦਾ ਕੋਈ ਵੀ ਕੰਮ ਹੈਗਾ, ਉਹ ਪੰਜਾਬੀ ਭਾਸ਼ਾ ਵਿੱਚ ਹੀ ਹੁੰਦਾ ਹੈਗਾ। ਸੋ ਮਾਂ ਬੋਲੀ ਦੇ ਨਾਲ ਜੁੜਨਾ ਇੱਕ ਚੰਗਾ ਸਟੈਪ ਹੈਗਾ। ਇੱਕ 10+2 ਦਾ ਜਿਹੜਾ ਫਾਰਮੂਲਾ ਸੀ, ਉਹ ਵੀ ਹੁਣ ਚੇਂਜ ਕਰ ਦਿੱਤਾ ਗਿਆ, ਇਹਨੂੰ ਉਹ ਹਟਾ ਦਿੱਤਾ ਗਿਆ ਫਿਰ ਫਾਰਮੂਲਾ ਇਹਦੇ ਵਿੱਚੋਂ। ਹਾਂਜੀ। ਉਹਦੇ ਵਿੱਚ ਕੀ ਹੈਗਾ ਕਿ ਜਦੋਂ ਤੁਸੀਂ ਆਪਣਾ ਮਿਡਲ ਤੋਂ ਬਾਅਦ +2 ਤੱਕ ਜਾਂਦੇ ਹੈਗੇ, ਮਲਟੀ ਡਿਸਪਲਿਨਰੀ ਅਪਰੋਚ ਵਿੱਚ ਲਿਆਂਦੀ ਗਈ ਹੈਗੀ। ਅਲੱਗ-ਅਲੱਗ ਸਬਜੈਕਟ ਜਿਹੜੇ ਹੈਗੇ ਮੇਜਰ ਐਂਡ ਮਾਈਨਰ ਤੋਂ ਬੱਚਾ ਲੈ ਸਕਦਾ ਹੈਗਾ। ਐਂਡ +2 ਤੋਂ ਬਾਅਦ ਜਦੋਂ ਅਸੀਂ ਡਿਗਰੀ ਦੇ ਵਿੱਚ ਆਉਂਦੇ ਹੈਗੇ, ਫਿਰ ਤੁਹਾਡੇ ਕੋਲ ਬਹੁਤ ਜ਼ਿਆਦਾ ਸਕੋਪ ਹੈਗਾ। ਜਿਵੇਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਮਾਡਲ ਹੈਗਾ ਕਿ ਸਟੂਡੈਂਟ ਜਿਹੜਾ ਹੈਗਾ, ਉਹ ਜੇ ਆਰਟਸ ਕਰ ਰਿਹਾ ਹੈਗਾ ਤਾਂ ਕੋਈ ਵੀ ਸਬਜੈਕਟ, ਈਵਨ ਇੱਕ ਫਿਜ਼ਿਕਸ ਦਾ ਬੰਦਾ ਹੈਗਾ, ਜੋ ਫਿਜ਼ਿਕਸ ਪੜ੍ਹ ਰਿਹਾ ਹੈਗਾ, ਤਾਂ ਉਹ ਨਾਲ ਦੀ ਨਾਲ ਹਿਸਟਰੀ ਪੜ੍ਹ ਸਕਦਾ ਹੈਗਾ ਐਜ਼ ਅ ਮਾਈਨਰ ਸਬਜੈਕਟ। ਇਹਦੇ ਵਿੱਚ ਕੋਈ ਇੱਕ ਵਧੀਆ ਸਟੈਪ ਹੈਗਾ। ਬਟ ਇਸ ਪਾਲਿਸੀ ਦੇ ਵਿੱਚ ਇੱਕ ਜਿਹੜੀ ਗੱਲ ਹੈਗੀ ਟੀਚਰ ਰਿਕਰੂਟਮੈਂਟ ਦੀ, ਜਿਹੜੀ ਮੇਨ ਗੱਲ ਆਉਂਦੀ ਹੈਗੀ ਆ, ਉਹ ਹੈਗਾ ਟੈਟ ਦਾ ਐਗਜ਼ਾਮ ਜੀ। ਟੈਟ ਦਾ ਐਗਜ਼ਾਮ ਜਿਹੜਾ ਪਹਿਲਾਂ ਸੀਗਾ, ਉਹ ਸੀਗਾ 8ਵੀਂ ਜਮਾਤ ਤੱਕ, ਪਰ ਇਸ ਪਾਲਿਸੀ ਦੇ ਰਾਹੀਂ ਉਹ +2 ਤੱਕ ਮੈਂਡੇਟਰੀ ਕਰ ਦਿੱਤਾ ਗਿਆ ਹੈਗਾ ਜੀ। ਇਹ ਪਾਲਿਸੀ ਦਸੰਬਰ 2020 ਤੋਂ ਲਾਗੂ ਹੋਏਗੀ। ਤੇ ਟੀਚਰ ਸਿਲੈਕਸ਼ਨ ਦੇ ਵਿੱਚ ਥੋੜਾ ਇੰਨਾ ਕਹਿ ਲਓ ਕਿ ਪਹਿਲਾਂ ਇੰਟਰਵਿਊ ਨਹੀਂ ਹੁੰਦੀ ਸੀਗੀ, ਰਿਟਨ ਐਗਜ਼ਾਮ ਹੋ ਗਿਆ, ਉਹਦੇ ਬੇਸ ਦੇ ਉੱਪਰ ਤੁਹਾਡੀ ਸਿਲੈਕਸ਼ਨ ਹੋ ਜਾਂਦੀ ਸੀਗੀ। ਪਰ ਹੁਣ ਟੀਚਰਸ ਦੇ ਵਾਸਤੇ ਮੈਨੂੰ ਲੱਗਦਾ ਕਿ ਇੱਕ ਅਨਵੈਲਕਮ ਸਟੈਪ ਹੈਗਾ ਕਿ ਜਿਹੜੇ ਤੁਸੀਂ ਇੰਟਰਵਿਊ ਰੱਖ ਰਹੇ ਹੋ। ਸਾਡੇ ਮੁਲਕ ਦੇ ਵਿੱਚ ਜਿਹੋ ਜਿਹਾ ਮਾਹੌਲ ਹੈਗਾ, ਅਸੀਂ ਇੰਟਰਵਿਊ ਬਾਰੇ ਕਈ ਤਰ੍ਹਾਂ ਦੀ ਗੱਲਾਂ ਕਰਦੇ ਹੈਗੇ ਆ। ਲੱਗਦਾ ਕਿ ਇਹਦੇ ਨਾਲ ਕਰਪਸ਼ਨ ਵਧੇਗੀ ਜਾਂ ਇਹਦੇ ਵਿੱਚ ਹੇਰ-ਫੇਰ ਹੋ ਸਕਦੀ ਹੈ? ਫਿਰ ਦੇਖੋ, ਇਮਾਨਦਾਰੀ ਹੋਵੇ ਤਾਂ ਫਿਰ ਤਾਂ ਨਹੀਂ ਹੁੰਦੀ, ਤੇ ਜੇ ਇਮਾਨਦਾਰੀ ਨਹੀਂ ਹੈਗੀ ਤੁਹਾਡੀ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ, ਤੁਸੀਂ ਦੇਖ ਲਓ ਪਹਿਲਾਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਉਹ ਰਵੀ ਸਿੱਧੂ ਵਾਲਾ ਕੇਸ ਹੋਇਆ ਸੀਗਾ, ਇਹ ਤਾਂ ਟੀਚਰ ਦੀ ਗੱਲ ਹੈਗੀ ਆ। ਉਦੋਂ PCS ਆਫਿਸਰ ਸੀਗੇ, ਉਹ ਕੈਪਟਨ ਸਰਕਾਰ ਨੇ ਕੱਢ ਦਿੱਤੇ ਸੀਗੇ ਉਦੋਂ। ਤਾਂ ਕਰਪਸ਼ਨ ਤਾਂ ਕਿਤੇ ਵੀ ਐਗਜ਼ਿਸਟ ਕਰ ਸਕਦੀ ਹੈਗੀ ਆ, ਇਹ ਹੋ ਵੀ ਸਕਦੀ ਹੈ, ਨਹੀਂ ਵੀ ਹੋ ਸਕਦੀ। ਬਟ ਸਾਡੇ ਜੋ ਮਾਹੌਲ ਹੈਗਾ, ਇਹ ਹੋ ਸਕਦੀ ਹੈ। ਆਪਾਂ ਹੋਰ ਵੀ ਗੱਲਬਾਤ ਕਰਦੇ ਹਾਂ, ਹਾਇਰ ਐਜੂਕੇਸ਼ਨ ਬਾਰੇ ਗੱਲਬਾਤ ਕਰਦੇ ਹਾਂ। ਅਸਿਸਟੈਂਟ ਪ੍ਰੋਫੈਸਰ ਹਰਜੀਤ ਸਿੰਘ ਸਾਡੇ ਨਾਲ ਨੇ। ਸਰ, ਹਾਇਰ ਐਜੂਕੇਸ਼ਨ ਦੇ ਵਿੱਚ ਕੀ ਬਦਲਾਅ ਲਿਆਂਦਾ ਗਿਆ ਨਵੀਂ ਪਾਲਿਸੀ ਦੇ ਵਿੱਚ? ਦੇਖੋ, ਜੇ ਆਪਾਂ ਸ਼ੁਰੂ ਤੋਂ ਹੀ ਕਰੀਏ ਬੇਸਿਕ ਤੋਂ, ਜਿੱਦਾਂ ਪ੍ਰੋਫੈਸਰ ਕਰਨਵੀਰ ਹੋਣਾ ਕਿਹਾ, ਤਾਂ ਜਿਹੜਾ ਬੋਰਡ ਸਟਰਕਚਰ ਉਹ ਚੇਂਜ ਕਰ ਦਿੱਤਾ ਗਿਆ 10+2 ਦਾ। ਉਹਦੇ ਆਪਾਂ ਲੈ ਕੇ ਆਏ 5+3+3+4। ਸੋ ਜਿਹੜੀ ਗ੍ਰੈਜੂਏਸ਼ਨ ਆ, ਇਹਨਾਂ ਨੇ 4 ਸਾਲ ਦੀ ਕਰ ਦਿੱਤੀ, ਠੀਕ ਹੈ। ਤੇ ਉਸ ਤੋਂ ਬਾਅਦ ਜਿਹੜਾ ਇੱਕ ਆਸਪੈਕਟ ਸੀ ਵੀ ਤੁਸੀਂ ਇੱਕੋ ਸਟਰੀਮ ਲੈ ਕੇ ਚੱਲਣਾ, ਜਿੱਦਾਂ ਸਾਇੰਸ ਵਾਲਾ ਬੱਚਾ ਉਹ ਸਾਇੰਸ ਹੀ ਲੈ ਕੇ ਚੱਲ ਰਿਹਾ, ਤੇ ਆਰਟਸ ਵਾਲਾ ਬੱਚਾ ਉਹ ਆਰਟਸ ਦੇ ਸਬਜੈਕਟ ਹੀ ਪੜ੍ਹ ਰਿਹਾ। ਉਹਦੇ 'ਚ ਇਹਨਾਂ ਨੇ ਬਦਲਾਅ ਲਿਆ ਕਿ ਇੱਕ ਸਾਇੰਸ ਵਾਲਾ ਬੱਚਾ ਆਰਟਸ ਵਾਲਾ ਸਬਜੈਕਟ ਵੀ ਲੈ ਸਕਦਾ, ਉਹਦੇ 'ਚ ਮੇਜਰ ਤੇ ਮਾਈਨਰ ਕਰ। ਜਿੱਦਾਂ ਹੁਣ ਗ੍ਰੈਜੂਏਸ਼ਨ ਆ, ਗ੍ਰੈਜੂਏਸ਼ਨ ਜੇ ਸਾਇੰਸ ਵਾਲਾ ਬੱਚਾ ਫਿਜ਼ਿਕਸ ਲੈ ਰਿਹਾ, ਫਿਜ਼ਿਕਸ ਵਿਲ ਬੀ ਏ ਮੇਜਰ ਸਬਜੈਕਟ। ਤੇ ਜੇ ਉਹ ਨਾਲ ਦੀ ਨਾਲ ਹਿਸਟਰੀ ਜਾਂ ਪੋਲੀਟੀਕਲ ਸਾਇੰਸ ਜਾਂ ਹੋਰ ਇਕਨੋਮਿਕਸ ਚੂਜ਼ ਕਰਦਾ ਸਾਇੰਸ ਵਾਲਾ ਬੱਚਾ, ਦੈਟ ਵਿਲ ਬੀ ਏ ਮਾਈਨਰ ਸਬਜੈਕਟ।
ਇਸੇ ਤਰ੍ਹਾਂ ਵੱਡੇ ਲੈਵਲ ਤੇ ਜਿਹੜੀਆਂ ਦੋ ਅਥਾਰਟੀ ਸੀਗੀਆਂ ਜਿੱਦਾਂ UGC ਜਾਂ AICTE, ਇਹਨਾਂ ਨੂੰ ਮਰਜ ਕਰ ਦਿੱਤਾ ਗਿਆ ਤੇ ਆਲ ਇੰਡੀਆ ਲੈਵਲ ਤੇ ਜਿੰਨੀਆਂ ਵੀ ਯੂਨੀਵਰਸਿਟੀਜ਼ ਆ, ਚਾਹੇ ਉਹ ਪ੍ਰਾਈਵੇਟ ਆ, ਚਾਹੇ ਓਪਨ ਆ, ਡੀਮਡ ਆ, ਵੋਕੇਸ਼ਨਲ ਆ, ਉਹਨਾਂ ਦਾ ਗ੍ਰੇਡਿੰਗ ਸਿਸਟਮ ਤੇ ਅਦਰ ਰੂਲਸ ਦੇ ਵਿਲ ਬੀ ਸੇਮ। ਬਲਕਿ ਉਹ ਜਿੱਦਾਂ ਮੇਰੇ ਕੋਲ ਸਾਰੀ ਜਾਣਕਾਰੀ ਹੈਗੀ ਆ ਵੀ ਇਹ ਸਾਰਿਆਂ ਦਾ ਗ੍ਰੇਡਿੰਗ ਸਿਸਟਮ ਸੇਮ ਕਰ ਦਿੱਤਾ ਗਿਆ ਤੇ ਇੱਕੋ ਲੈਵਲ ਦੀ ਜਿਹੜੀ ਐਕ੍ਰੈਡੀਸ਼ਨ ਆ ਕਿਸੇ ਵੀ ਕਾਲਜ ਨੂੰ ਬੇਸਡ ਔਨ ਇਟਸ ਰੇਟਿੰਗ, ਉਹ ਇਹਦੇ 'ਚ ਦਿੱਤੀ ਜਾਊਗੀ ਤੇ ਉਹਨਾਂ ਨੂੰ ਆਟੋਨੋਮਸ ਰਾਈਟਸ ਐਂਡ ਫੰਡਸ ਵੀ ਪ੍ਰੋਵਾਈਡ ਕਰ ਦਿੱਤੇ ਜਾਣਗੇ। ਇਸੇ ਤਰ੍ਹਾਂ ਜਿਹੜਾ ਨਿਊ ਬੇਸਿਕ ਲਰਨਿੰਗ ਪ੍ਰੋਗਰਾਮ ਆ ਉਹ ਤਿਆਰ ਕੀਤਾ ਗਿਆ ਈਵਨ ਛੋਟੇ ਲੈਵਲ ਤੇ ਪੇਰੈਂਟਸ ਵਾਸਤੇ ਵੀ 3 ਸਾਲ ਤੱਕ ਬੱਚੇ ਨੂੰ ਤੁਸੀਂ ਕਿੱਦਾਂ ਗਰੋ ਅਪ ਕਰਨਾ, ਉਸ ਤੋਂ ਬਾਅਦ ਜਿਹੜੀ ਪ੍ਰੀ ਪ੍ਰਾਇਮਰੀ ਸਟੇਜ ਆ ਉਹਦੇ 'ਚ ਵੀ ਆਪਾਂ ਕਿੱਦਾਂ ਬੱਚੇ ਨੂੰ ਤਾਂ ਲੈ ਕੇ ਜਾਣਾ। ਸੋ ਸ਼ੁਰੂ ਤੋਂ ਇੱਕ ਸਿਸਟਮ ਸੈੱਟ ਕੀਤਾ ਗਿਆ ਵੀ ਉੱਤੋਂ ਤੱਕ ਆਉਂਦਿਆਂ ਬੱਚਾ ਜਿਹੜਾ ਉਹ ਇੱਕ ਤਾਂ ਮਲਟੀ ਡਿਸਪਲਿਨਰੀ ਜਿਹੜੀ ਅਪਰੋਚ ਕਰਤੀ ਉਹਦੇ ਨਾਲ ਇਹ ਆ ਵੀ ਬੱਚੇ ਨੂੰ ਕਈ ਵਾਰੀ ਇੰਟਰਸਟ ਕਿਸੇ ਹੋਰ ਪਾਸੇ ਹੁੰਦਾ, ਸਬਜੈਕਟ ਕੁਝ ਹੋਰ ਪੜ੍ਹ ਰਿਹਾ ਤੇ ਉਹ ਆਪਣੇ ਇੰਟਰਸਟ ਦਾ ਸਬਜੈਕਟ ਵੀ ਨਾਲ ਲੈ ਕੇ ਤਾਂ ਉਹਦੇ 'ਚ ਅੱਗੇ ਪ੍ਰੋਗਰੈਸ ਕਰ ਸਕਦਾ। ਇਹ ਕਿਹੜੇ ਬੱਚਿਆਂ ਨੂੰ ਜੀ, ਇਹ ਕਿਹੜੇ ਬੱਚਿਆਂ ਨੂੰ ਫਾਇਦਾ ਹੋਏਗਾ? ਜਿਵੇਂ ਇੱਕ ਧਾਰਨਾ ਬਣੀ ਹੋਈ ਕਹਿੰਦੇ IAS ਜਾਂ PCS ਜਿਹਨੇ ਕਰਨਾ ਉਹ ਆਰਟਸ ਜ਼ਿਆਦਾ ਚੂਜ਼ ਕਰਦਾ ਹੈ, ਉਹਨੂੰ ਆਪਸ਼ਨ ਨਹੀਂ ਮਿਲਦੀ, ਇਹ ਉਹ ਬੱਚਿਆਂ ਲਈ ਫਾਇਦਾ ਰਹੇਗਾ? ਜਿੱਦਾਂ ਕਿ ਆਪਾਂ ਦੇਖਦੇ ਹਾਂ ਜੇ ਸਿਵਲ ਸਰਵਿਸ ਐਗਜ਼ਾਮਸ ਵੱਲ ਜਾਈਏ ਜਾਂ IAS ਜਾਂ PCS, ਤਾਂ ਓਬਵੀਅਸਲੀ ਜਿਹੜੇ ਸਬਜੈਕਟ ਆਪਾਂ ਬੇਸਿਕਸ 'ਚ ਲੈ ਕੇ ਚੱਲਦੇ ਹਾਂ, ਕਿਉਂਕਿ ਜੇ ਆਪਾਂ ਸਕੂਲਿੰਗ ਦੇਖੀਏ 10+2 ਤੱਕ ਵੀ ਹੁਣ ਤੇ ਤੁਸੀਂ ਬੇਸਿਕ ਉਹ ਸਾਰੇ ਸਬਜੈਕਟ ਪੜ੍ਹ ਲੈਂਦੇ ਹੋ ਜਿਹੜੇ ਤੁਹਾਨੂੰ ਉਸ ਐਗਜ਼ਾਮ ਦੇ ਪ੍ਰਾਇਮਰੀ ਸਟੇਜ ਜਾਂ ਸੈਕੰਡਰੀ ਸਟੇਜ 'ਚ ਤੁਹਾਡੇ ਕੰਮ ਆਉਂਦੇ। ਸੈਕੰਡਰੀ ਸਟੇਜ ਆਪਾਂ ਵੱਡੇ ਲੈਵਲ ਤੇ ਉਹਨਾਂ ਤੇ ਐਨਾਲਿਸਿਸ ਕਰਕੇ ਤੇ ਉਹਨਾਂ ਨੂੰ ਇੱਕ ਡੀਪ ਸਟੱਡੀ ਕਰਕੇ ਉਹਨਾਂ ਨੂੰ ਸਟੱਡੀ ਕਰਕੇ ਤੇ ਅੱਗੇ ਆਪਾਂ ਪ੍ਰੋਗਰੈਸ ਕਰਦੇ। ਹੁਣ ਇੱਥੇ ਇਹ ਹੋ ਸਕਦਾ ਵੀ ਜਿੱਦਾਂ ਸਾਇੰਸ ਵਾਲੇ ਬੱਚੇ ਨੂੰ ਸਪੈਸੀਫਿਕਲੀ ਕਿਤੇ ਕੋਚਿੰਗ ਸੈਂਟਰ 'ਚ ਜਾਣਾ ਪੈਂਦਾ ਸੀ ਜਾਂ ਕਿਤੇ ਜਾਣਾ ਪੈਂਦਾ ਸੀ, ਉਹ ਨਾਲ ਦੀ ਨਾਲ ਆਪਣਾ ਉੱਥੇ ਹੀ ਨਾਲ ਦੀ ਨਾਲ ਕਲਾਸ 'ਚ ਸਬਜੈਕਟ ਲੈ ਕੇ, ਆਪਸ਼ਨਲ ਸਬਜੈਕਟ ਲੈ ਕੇ ਐਜ਼ ਏ ਮਾਈਨਰ ਭਾਵੇਂ ਲੈ ਕੇ, ਤਾਂ ਉਹਨੂੰ ਵਧੀਆ ਤਰੀਕੇ ਨਾਲ ਪੜ੍ਹ ਸਕਦਾ। ਤੇ ਗ੍ਰੈਜੂਏਸ਼ਨ ਕਰਦਿਆਂ, ਗ੍ਰੈਜੂਏਸ਼ਨ ਹੋ ਗਈ 4 ਸਾਲ ਦੀ ਗਈ, ਤੇ ਗ੍ਰੈਜੂਏਸ਼ਨ ਕਰਦਿਆਂ ਉਹ ਸ਼ਾਇਦ ਪਹਿਲੋਂ ਨੂੰ ਵਧੀਆ ਤੌਰ ਤੇ ਇੱਕ ਉਹ ਅਟੇਨਮੈਂਟ ਕਰ ਜੂਗਾ ਉਸ ਲੈਵਲ ਨੂੰ ਵੀ ਆਪਣੇ ਜਿਹੜੇ ਸਿਵਲ ਸਰਵਿਸ ਵਗੈਰਾ ਉਹ ਕਰੈਕ ਕਰ ਸਕਦਾ। ਇਹਦੇ ਵਿੱਚ ਜਿਹੜੇ ਸਬਜੈਕਟ ਦੀ ਮੈਂ ਗੱਲ ਕਰਨ ਦਿਆ ਸੀ ਵੀ ਸਬਜੈਕਟ ਜਿਹੜੇ ਬੱਚਿਆਂ ਵੱਲੋਂ ਚੂਜ਼ ਕੀਤੇ ਜਾਣਗੇ, ਜਾਂ ਇੱਕ ਜਿਹੜੀ BA ਦੇ ਵਿੱਚ ਮੰਨ ਲਓ ਜਿਹਦੇ ਵਿੱਚ ਗੈਪ ਪੈ ਜਾਂਦਾ ਸੀ ਬੱਚਿਆਂ ਦਾ, ਜਾਂ ਕਿਸੇ ਨੇ 2 ਸਾਲ ਲਗਾ ਲਏ ਜਾਂ 1 ਸਾਲ ਲਗਾ ਲਿਆ, ਉਹਦਾ ਗੈਪ ਪੈ ਜਾਂਦਾ ਸੀ, ਉਹਨੂੰ ਦੁਬਾਰਾ ਤੋਂ ਕਰਨੀ ਪੈਂਦੀ ਸੀ, ਇਹਦਾ ਕਿੰਨਾ ਕੁ ਫਾਇਦਾ ਰਹੇਗਾ ਹੁਣ ਬੱਚਿਆਂ ਨੂੰ? ਹੁਣ ਦੇਖੋ ਜਿਹੜੀ ਪਾਲਿਸੀ ਇਹਦੇ 'ਚ ਜੋ ਪਾਲਿਸੀ 'ਚ ਜੋ ਲਿਖਿਆ ਗਿਆ, ਜੋ ਦੱਸਿਆ ਗਿਆ, ਉਹਦੇ 'ਚ ਇਹ ਆ ਵੀ ਅੱਗੇ 1 ਸਾਲ ਕਰਕੇ ਜਾਂ 2 ਸਾਲ ਕਰਕੇ ਬੱਚਾ ਡ੍ਰੌਪ ਕਰ ਜਾਂਦਾ ਸੀ, ਉਹਦੀ ਡਿਗਰੀ ਜਾਂ 2 ਸਾਲ ਮਰ ਜਾਂਦੇ ਸੀ। ਲੇਕਿਨ ਹੁਣ ਇਹਦੇ 'ਚ ਇਹ ਵੇਰਵਾ ਦਿੱਤਾ ਗਿਆ ਵੀ 1 ਸਾਲ ਕਰਕੇ ਤੁਹਾਨੂੰ ਇੱਕ ਸਰਟੀਫਿਕੇਟ ਕੋਰਸ ਜਿੱਦਾਂ ਉਹਦਾ ਬੇਸਿਕ ਕੋਰਸ ਦਾ ਸਰਟੀਫਿਕੇਟ ਮਿਲ ਜੂ ਕਿਸੇ ਵੀ ਡਿਗਰੀ ਦਾ, ਨਾਲ ਦੀ ਨਾਲ 2 ਸਾਲ ਕਰਕੇ ਤੁਹਾਨੂੰ ਡਿਪਲੋਮਾ ਮਿਲ ਜੂਗਾ, ਤੇ ਇਨ ਕੇਸ ਤੁਸੀਂ 4 ਇਅਰਸ ਪੂਰੇ ਕਰ ਲੈਂਦੇ ਹੋ ਤਾਂ ਉਸ ਤੋਂ ਬਾਅਦ ਫੁੱਲ ਫਲੈਜ ਡਿਗਰੀ ਤੁਹਾਡੇ ਹੱਥ 'ਚ ਆ ਜਾਊ। ਅੱਛਾ ਕਰਨਵੀਰ ਜੀ, ਇੱਕ ਸਮੈਸਟਰ ਸਿਸਟਮ ਦਾ ਵੀ ਜਿਹੜਾ ਉਹ ਸੇਮ ਪੈਟਰਨ ਰੱਖਿਆ ਗਿਆ, ਸਮੈਸਟਰ ਸਿਸਟਮ ਦਾ ਬੱਚਿਆਂ ਨੂੰ ਫਾਇਦਾ ਰਹੇਗਾ? ਸਮੈਸਟਰ ਸਿਸਟਮ ਤਾਂ ਮੇਰਾ ਮੰਨਣਾ ਹੈਗਾ ਤੇ ਇਟ ਇਜ਼ ਹੈਲ, ਇਹ ਨਹੀਂ ਹੋਣਾ ਚਾਹੀਦਾ। ਰੌਟ ਲਰਨਿੰਗ ਇਹੋ ਹੀ ਪ੍ਰਮੋਟ ਕਰਦਾ ਹੈਗਾ, ਕਿਉਂਕਿ ਜਦ ਤੱਕ ਤੁਹਾਡੇ ਕੋਲ ਇੱਕ ਐਨੂਅਲ ਸਿਸਟਮ ਹੈਗਾ, ਇਨਫੈਕਟ ਇਹ ਜਿਹੜਾ ਮਾਡਲ ਹੈਗਾ ਨਾ USA ਦਾ ਮਾਡਲ ਅਸੀਂ ਅਡਾਪਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜੋ ਵੈਸਟ ਦਾ ਮਾਡਲ ਹੈਗਾ। ਸਾਡੀ ਜਿਹੜੀ ਆਪਣੀ ਬੇਸਿਕ ਪद्धਤੀ ਸੀਗੀ ਉਹਦੇ ਵਿੱਚ ਇਹ ਕੀ ਸੀਗਾ ਕਿ ਅਸੀਂ ਕਦੇ ਵੀ ਰੌਟ ਲਰਨਿੰਗ ਨੂੰ ਉਤਸ਼ਾਹ ਨਹੀਂ ਦਿੱਤਾ। ਸਾਡੇ ਆਪਣੇ ਐਂਸ਼ੀਅੰਟ ਟੈਕਸਟ ਖੋਲ ਕੇ ਦੇਖ ਲਓ ਤੁਸੀਂ, ਜੋ ਵੀ ਆਪਣੀ ਸਾਡੀ ਗਰੋਥ ਹੋਈ ਆ ਉਹਦੇ ਵਿੱਚ ਕੰਸੈਪਚੁਅਲ ਕਲੈਰਿਟੀ ਹਮੇਸ਼ਾ ਰਹੀ ਹੈਗੀ ਹੈ। ਚਾਹੇ ਸਾਡਾ ਜਿਹੜਾ ਮੋਸਟਲੀ ਜਿਹੜਾ ਪਰਪਸ ਰਿਲੀਜੀਅਸ ਐਜੂਕੇਸ਼ਨ ਰਿਹਾ ਹੈਗਾ, ਬਟ ਐਗਜ਼ਾਮਪਲਸ ਮਿਲਦੇ ਨੇ ਆਪਣੇ ਕੋਲ, ਆਰੀਆਭੱਟ ਦੀ ਐਗਜ਼ਾਮਪਲ ਮਿਲਦੀ ਆ, ਔਰ ਬਹੁਤ ਸਾਰੇ ਇਹੋ ਜਿਹੇ ਜੇ ਆਰੀਆਭੱਟ ਨੇ 0 ਨਾ ਦਿੱਤਾ ਹੁੰਦਾ ਮੇਰੇ ਖਿਆਲ ਨਾਲ ਗਣਿਤ ਅੱਗੇ ਵੱਧਦਾ ਹੀ ਨਹੀਂ। ਬਟ ਸਮੈਸਟਰ ਸਿਸਟਮ ਜਿਹੜਾ ਹੈਗਾ ਇਹ ਬੱਚਿਆਂ ਦੇ ਉੱਪਰ ਇੱਕ ਐਕਸਟਰਾ ਬਰਡਨ ਕ੍ਰੀਏਟ ਕਰਦਾ। ਤੁਹਾਡੇ ਕੋਲ ਐਕਸਟਰਾ ਪੜ੍ਹਨ ਲਈ ਕੁਝ ਸਮਾਂ ਹੀ ਨਹੀਂ ਮਿਲਦਾ, ਕਿਉਂਕਿ ਜਿਹੜਾ ਸਮੈਸਟਰ ਹੈਗਾ ਬੇਸਿਕਲੀ ਉਹ 3 ਜਾਂ 4 ਮਹੀਨਿਆਂ ਦਾ ਮੈਕਸਿਮਮ, ਜੇ ਕਹਿ ਲਓ ਕਿ ਜੇ ਫੁੱਲ ਫਲੈਜ ਸਟੱਡੀ ਹੁੰਦੀ ਵੀ ਆ ਤਾਂ 4.5 ਮੰਥ ਤੋਂ ਉੱਪਰ ਨਹੀਂ ਹੁੰਦੀ ਹੈਗੀ। ਤੇ ਉਹਦੇ ਵਿੱਚ ਵੀ ਆਪਾਂ ਦੇਖਦੇ ਹੈਗੇ ਆ ਕਿ ਤੁਹਾਡੇ ਜਿਹੜੇ ਸਬਜੈਕਟ ਹੁੰਦੇ ਆ, ਤੁਹਾਡੇ ਬੱਚੇ ਦੇ ਪ੍ਰੈਕਟੀਕਲ ਹੋ ਗਏ, ਅਸਾਈਨਮੈਂਟਸ ਹੁੰਦੀਆਂ ਇੰਨੀਆਂ ਕੁ ਜ਼ਿਆਦਾ ਹੁੰਦੀਆਂ ਕਿ ਤੁਸੀਂ ਆਪਣੇ ਜਿਹੜੇ ਕਿਤਾਬਾਂ ਹੈਗੀਆਂ ਉਹਨਾਂ ਤੋਂ ਇਲਾਵਾ ਕੁਝ ਹੋਰ ਪੜ੍ਹ ਹੀ ਨਹੀਂ ਸਕਦੇ। ਐਂਡ ਇੱਕ ਮੈਂ ਗੱਲ ਐਡ ਕਰਨੀ ਚਾਹਾਂਗਾ, ਜਿਵੇਂ ਡਾਕਟਰ ਸਾਹਿਬ ਗੱਲ ਕਰਦੇ ਪਏ ਸੀਗੇ ਕਿ ਹਾਇਰ ਐਜੂਕੇਸ਼ਨ ਦੇ ਵਿੱਚ ਜਿਵੇਂ ਸਾਡੇ ਮੋਸਟਲੀ ਸਟੂਡੈਂਟਸ ਦਾ ਖਾਸ ਕਰਕੇ ਕੁੜੀਆਂ ਦੀ ਅਪਰੋਚ ਹੁੰਦੀ ਕਿ ਅਸੀਂ B.Ed ਕਰ ਲਈਏ।
ਬੀਐਡ ਦਾ ਜਿਹੜਾ ਹੁਣ ਕਨਸੈਪਟ ਹੈਗਾ, ਜਿਵੇਂ ਹੁਣ ਪੰਜਾਬ 'ਚ 2 ਸਾਲ ਦਾ ਚੱਲਦਾ ਪਿਆ ਹੈਗਾ, ਜਿਹੜੀ ਇਹ ਪਾਲਿਸੀ ਲਾਗੂ ਹੋਏਗੀ ਦਸੰਬਰ 2020 ਦੇ ਵਿੱਚ, ਉਹਦੇ ਵਿੱਚ ਜੇ ਕਿਸੇ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਆ ਤਾਂ ਉਹ ਬੀਐਡ 1 ਸਾਲ ਦੀ ਕਰ ਲਵੇਗਾ। ਜੇ ਕਿਸੇ ਨੇ BA ਕੀਤੀ ਹੈਗੀ ਆ ਜਾਂ ਗ੍ਰੈਜੂਏਸ਼ਨ ਹੋਰ ਕਿਸੇ ਸਬਜੈਕਟ 'ਚ ਕੀਤੀ ਹੈਗੀ ਤਾਂ ਉਹਦੇ ਵਾਸਤੇ 2 ਸਾਲ ਦੀ ਹੋਵੇਗੀ। ਤਾਂ ਇਸ ਤੋਂ ਬਾਅਦ ਜੇ ਉਹ +2 ਤੋਂ ਬਾਅਦ ਕਰਨ ਜਾ ਰਿਹਾ ਹੈਗਾ ਤਾਂ ਉਹ 4 ਸਾਲ ਦੀ ਇੰਟੈਗ੍ਰੇਟਡ ਕਰ ਸਕਦਾ ਹੈਗਾ। ਹਾਇਰ ਐਜੂਕੇਸ਼ਨ ਦੇ ਵਿੱਚ ਜਿਸ ਤਰ੍ਹਾਂ MPhil ਨੇ ਡਿਸਕਾਰਡ ਕਰ ਦਿੱਤੀ ਹੈਗੀ ਕਿ MPhil ਨਹੀਂ ਹੋਏਗੀ, ਉਹ ਡਾਇਰੈਕਟਲੀ ਉਸ ਤੋਂ ਬਾਅਦ ਉਹ PhD ਕਰ ਸਕਦਾ ਹੈਗਾ ਵਿਦਿਨ 4 ਇਅਰਸ। ਸੋ ਇਹ ਥੋੜ੍ਹਾ ਜਿਹਾ ਟਾਈਮ ਗੈਪ ਦੀ ਉਹਨਾਂ ਨੇ ਕਮੀ ਕੀਤੀ ਹੈਗੀ। ਇਟ ਇਜ਼ ਅ ਵੈਲਕਮ ਸਟੈਪ, ਬਟ ਮੇਨ ਫੋਕਸ ਜਿਹੜਾ ਹੈਗਾ ਕਿ ਉਹ ਗਵਰਨਮੈਂਟ ਜਾਂ ਸਾਡਾ ਜਿਹੜਾ ਹੋਰ ਕਹਿ ਲਓ ਕਿ ਕਾਲਜਸ ਨੇ ਜਾਂ ਯੂਨੀਵਰਸਿਟੀਜ਼ ਨੇ, ਇਹ ਰਿਸੋਰਸਿਸ ਕਿਵੇਂ ਜਨਰੇਟ ਕਰਦੇ ਨੇ, ਕਿਉਂਕਿ ਐਜੂਕੇਸ਼ਨ ਇਸ ਵੇਲੇ ਬਹੁਤ ਮਹਿੰਗੀ ਹੋ ਚੁੱਕੀ ਹੈ। ਤਾਂ ਜੋ ਗਵਰਨਮੈਂਟ ਦਾ ਡਰਾਫਟ ਬੋਲ ਰਿਹਾ, ਜੋ ਪਾਲਿਸੀ ਬੋਲ ਰਹੀ ਹੈਗੀ, 2035 ਤੱਕ ਅਸੀਂ 50% ਐਨਰੋਲਮੈਂਟ ਕਰਨੀ ਹੈਗੀ ਹੈ, ਜਿਹੜੀ ਕਿ ਅੱਜ ਕੱਲ੍ਹ ਹਾਇਰ ਐਜੂਕੇਸ਼ਨ ਦੇ ਵਿੱਚ ਆਪਾਂ ਦੇਖਦੇ ਹਾਂ ਵੀ 10ਵੀਂ ਤੋਂ ਬਾਅਦ ਕਿੰਨਾ ਡਰਾਪ ਆਊਟ ਹੈਗਾ, 12ਵੀਂ ਤੋਂ ਬਾਅਦ ਕਿੰਨਾ ਆਉਂਦਾ ਹੈਗਾ, BA ਤੋਂ ਬਾਅਦ ਤੇ ਕਿੰਨੇ ਲੋਕ ਯੂਨੀਵਰਸਿਟੀ 'ਚ ਪਹੁੰਚਦੇ ਹੈਗੇ ਆ। ਐਂਡ ਜਿਹੜਾ ਜਿਵੇਂ ਸਰ ਗੱਲ ਕਰ ਰਹੇ ਸੀਗੇ ਕਿ ਅਟੋਨਮਸ ਜਾਂ ਅਫੀਲੀਏਸ਼ਨ ਸਟਰਕਚਰ, ਉਹ ਇਹਨਾਂ ਨੇ ਡਿਸਕਾਰਡ ਅਫੀਲੀਏਸ਼ਨ ਸਟਰਕਚਰ ਥੋੜ੍ਹਾ ਡਿਸਕਾਰਡ ਕਰਦੇ ਪਏ ਹੈਗੇ ਆ, ਪਰ ਕਾਲਜਾਂ ਉੱਪਰ ਚੈੱਕ ਕੌਣ ਰੱਖੇਗਾ? ਠੀਕ ਆ, ਨੋ ਡਾਊਟ ਅਟੋਨਮਸ ਕਾਲਜ ਹੁਣ ਵੀ ਐਗਜ਼ਿਸਟ ਕਰਦੇ ਪਏ ਹੈਗੇ ਆ। ਹੁਣ ਕੱਲ੍ਹ ਨੂੰ ਕੋਈ ਸਮੱਸਿਆ ਆਉਂਦੀ ਹੈਗੀ ਆ, ਜੇ ਤੁਸੀਂ ਕਾਲਜ ਨੂੰ, ਜਿਹੜੀ ਗਵਰਨਿੰਗ ਬੋਡੀ ਹੈਗੀ ਆ, ਚਾਹੇ ਉਹ ਗਵਰਨਮੈਂਟ ਹੈਗੀ ਆ, ਚਾਹੇ ਉਹ ਏਡਡ ਕਾਲਜ ਹੈਗੇ, ਚਾਹੇ ਉਹ ਪ੍ਰਾਈਵੇਟ ਕਾਲਜ ਹੈਗੇ ਆ, ਤਾਂ ਜੇ ਉਹ ਸਾਰਾ ਕੁਝ ਪੇਪਰ ਸੈਟ ਅਪ ਕਰਦੇ ਹੈਗੇ ਆ, ਡਿਗਰੀਆਂ ਵੀ ਹਾਲੇ ਮੈਨੂੰ ਇੰਨੀ ਕਲੈਰਿਟੀ ਨਹੀਂ ਹੈਗੀ ਵੀ ਡਿਗਰੀਆਂ ਉਹ ਆਪ ਦੇਣਗੇ ਕਿ ਨਹੀਂ ਦੇਣਗੇ, ਮੈਂ ਇਹਦੇ ਬਾਰੇ ਹਾਲੇ ਗੱਲ ਨਹੀਂ ਕਰ ਸਕਦਾ, ਪਰ ਇਹ ਮਸ਼ਰੂਮਿੰਗ ਹੋਏਗੀ। ਕਿਉਂਕਿ ਐਜੂਕੇਸ਼ਨ ਜਿਹੜਾ ਹੈਗਾ, ਜਦੋਂ ਲਾਸ ਐਂਡ ਪ੍ਰੋਫਿਟ ਦਾ ਮਾਇਨੇ ਬਣ ਜਾਂਦੇ ਹੈਗੇ ਆ, ਤਾਂ ਆਪਾਂ ਪਹਿਲਾਂ ਵੀ ਦੇਖਿਆ ਹੈਗਾ, ਕੋਈ ਸਮਾਂ ਸੀਗਾ ਜਿਵੇਂ ਅੱਜ ਕੱਲ੍ਹ ਗੱਲਾਂ ਸੁਣਦੇ ਹਾਂ ਵੀ ਗਵਰਨਮੈਂਟ ਨੇ ਡਿਗਰੀਆਂ ਚੈੱਕ ਕਰਵਾਈਆਂ। ਮੈਂ ਤੁਹਾਨੂੰ ਇੱਕ ਗੱਲ ਹੋਰ ਚ ਐਡ ਕਰ ਦਿੰਦਾ ਹੈਗਾ ਵੀ ਕੈਪਟਨ ਸਾਹਿਬ, ਜੇ ਅੱਜ ਆਪਣੇ ਪੰਜਾਬ ਦੇ ਕਾਲਜਾਂ ਦੀ ਕਈ ਪ੍ਰੋਫੈਸਰਾਂ ਡਿਗਰੀਆਂ ਚੈੱਕ ਕਰਾਓ, ਜਿਸ ਤਰ੍ਹਾਂ PhD ਦੇ ਖਾਸ ਕਰਕੇ, ਤਾਂ ਤੁਹਾਨੂੰ ਬਹੁਤ ਨਵੇਂ ਹੈਰਾਨੀਜਨਕ ਫੈਕਟ ਬਾਹਰ ਨਿਕਲ ਕੇ ਆਉਣਗੇ। ਕਰਵਾ ਸਕਦੀ ਹੈ ਗਵਰਨਮੈਂਟ ਜੇ ਚਾਹਵੇ ਤਾਂ। ਇਹ ਹੁੰਦੀਆਂ ਵੀ ਪਈਆਂ ਨੇ, ਸ਼ਾਇਦ ਹੋਈਆਂ ਪਹਿਲਾਂ ਵੀ ਕਿ ਜਾਂ ਨਹੀਂ ਹੋ ਰਹੀ? ਕਨਸੈਪਟ ਸੀਗਾ ਜੀ, ਪਹਿਲਾਂ ਤਾਂ ਬਹੁਤ ਕੁਝ ਹੁੰਦਾ ਰਿਹਾ ਹੈਗਾ। ਹਾਂ, ਨਵੀਆਂ ਜਿਹੜੀਆਂ ਹੈਗੀਆਂ ਹੁਣ ਨਹੀਂ, ਮੈਂ ਜਿੰਨਾ ਕਿ ਮੈਨੂੰ ਪਤਾ ਹੈਗਾ ਹੁਣ ਨਹੀਂ ਹੈਗਾ। ਕੁਝ ਯੂਨੀਵਰਸਿਟੀ ਜਿਵੇਂ ਇੱਕ ਨਾਰਥ ਈਸਟ ਵਿੱਚ ਸੀਗੀ ਪੰਜਾਬ ਯੂਨੀਵਰਸਿਟੀ, ਸਿੰਡੀਕੇਟ ਸਾਇੰਸ ਰੌਲਾ ਵੀ ਪਿਆ ਸੀਗਾ ਉਹਦਾ, ਤਾਂ ਉਸ ਤੋਂ ਬਾਅਦ ਉਹ ਡਿਸਕਾਰਡ ਕਰ ਦਿੱਤੀ ਗਈ ਹੈਗੀ ਆ। ਪਰ ਮੈਨੂੰ ਲੱਗਦਾ ਕਿ ਇੱਕ ਵਾਰੀ ਪੂਰੇ ਪੰਜਾਬ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈਗਾ ਨਾ, ਇਹ 'ਚ ਇੱਕ ਓਵਰਹੌਲਿੰਗ ਚਾਹੀਦੀ ਆ। ਜੇ ਕਾਲੀਆਂ ਭੇਡਾਂ 'ਚ ਐਗਜ਼ਿਸਟ ਕਰ ਚੁੱਕੀਆਂ ਹੈਗੀਆਂ ਤਾਂ ਉਹਨਾਂ ਕੋਲ ਜਵਾਬਦੇਹੀ ਮੰਗਣੀ ਚਾਹੀਦੀ ਹੈ ਗਵਰਨਮੈਂਟ ਨੂੰ। ਕਿਉਂਕਿ ਇੱਕ ਟੀਚਰ ਜਦੋਂ ਕਿਸੇ ਕਾਲਜ ਯੂਨੀਵਰਸਿਟੀ 'ਚ ਅਪਾਇੰਟ ਹੁੰਦਾ ਨਾ, ਤਾਂ ਉਹ ਇੱਕ ਰੁਜ਼ਗਾਰ ਨਹੀਂ ਲੈ ਰਿਹਾ ਹੈਗਾ। ਅਸਲ ਦੇ ਵਿੱਚ ਤੁਹਾਡੀ ਪੀੜ੍ਹੀ ਨੂੰ, ਜੇ ਕੋਈ ਗਲਤ ਬੰਦਾ ਐਡ ਹੋ ਚੁੱਕਿਆ, ਪੂਰੀ ਪੀੜ੍ਹੀ ਖਰਾਬ ਕਰ ਦਿੰਦਾ ਫੜ ਕੇ। ਐਂਡ ਇਸ ਵੇਲੇ ਜੋ ਪੰਜਾਬ ਦਾ ਢਾਂਚਾ ਹੈਗਾ, ਤੁਹਾਡੇ ਚੈਨਲ ਰਾਹੀਂ ਮੈਂ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਗਵਰਨਮੈਂਟ ਕਾਲਜ ਦੀਆਂ ਕੋਈ ਅਪਰੋਕਸੀਮੇਟ 1800-1900 ਅਸਿਸਟੈਂਟ ਪ੍ਰੋਫੈਸਰਾਂ ਦੀਆਂ ਪੋਸਟਾਂ ਹੈਗੀਆਂ ਨੇ, ਉਹਦੇ ਵਿੱਚ ਮੈਨੂੰ ਲੱਗਦਾ ਕਿ 1400 ਜਾਂ 1500 ਖਾਲੀ ਪਈਆਂ ਹੈਗੀਆਂ। ਤਾਂ ਇੰਨੇ ਪ੍ਰੋਫੈਸਰ ਹੀ ਆਪਣੇ ਕੋਲ ਹੈ ਨਹੀਂ, ਤੇ ਬੱਚਿਆਂ ਨੂੰ ਪੜ੍ਹਾਓਗੇ ਕਿੱਥੋਂ? ਹੈਡੌਕ ਸਿਸਟਮ, ਐਂਡ ਹੈਡੌਕ ਸਿਸਟਮ ਦੇ ਬਾਰੇ ਇਸ ਐਜੂਕੇਸ਼ਨ ਪਾਲਿਸੀ ਦੇ ਵਿੱਚ ਟੀਚਰ ਰਿਕਰੂਟਮੈਂਟ ਹੈਗੀ ਆ, ਤੇ ਮੈਨੂੰ ਲੱਗਦਾ ਕਿ ਸਾਇਲੈਂਟ ਹੀ ਹੈਗੇ ਆ। ਪਰ ਟੀਚਰ ਵੀ, ਕੁਛ ਟੀਚਰ ਰਿਕਰੂਟਮੈਂਟ ਦੀ ਗੱਲ ਕਰੋ ਨਾ। ਯੂਨੀਵਰਸਿਟੀਆਂ ਦੇ ਵਿੱਚ ਵੀ ਜੋ ਟੀਚਰ ਰੱਖੇ ਗਏ ਨੇ ਗਵਰਨਮੈਂਟ ਦੇ ਵਿੱਚੋਂ, ਪੰਜਾਬ ਦੇ ਵਿੱਚ ਬੇਸਿਕ ਸੈਲਰੀ ਦੇ ਉੱਪਰ 3-3 ਸਾਲ ਕੰਮ ਕੀਤੇ ਆ। ਤੁਹਾਨੂੰ ਇੱਕ ਹੈਰਾਨੀ ਦੀ ਗੱਲ ਦੱਸਦਾ, ਜਦੋਂ PhD ਕਰ ਰਹੇ ਹੋ ਤੁਸੀਂ JRF UGC ਵੱਲੋਂ ਕੁਆਲੀਫਾਈ ਹੋ ਜਾਂਦੇ ਹੋ, ਤੁਹਾਨੂੰ ਸਕਾਲਰਸ਼ਿਪ ਮਿਲਦੀ ਹੈ 25,000 ਦੀ ਜਾਂ 28,000 ਦੀ SRF ਮਿਲਦੀ ਹੈ। ਜੇ ਤੁਸੀਂ ਪੋਸਟ ਡੌਕ ਕਰ ਰਹੇ ਹੋ, ਸਕਾਲਰਸ਼ਿਪ ਮਿਲਦੀ ਹੈ 35,000 ਤੋਂ ਲੈ ਕੇ 45,000 ਰੁਪਏ ਤੱਕ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕਈ ਅਪਾਇੰਟਮੈਂਟਾਂ ਹੋਈਆਂ ਨੇ ਜਿਹੜੀਆਂ ਜਦੋਂ PhD ਕਰ ਰਹੇ ਸੀਗੇ, ਤਾਂ ਉਦੋਂ ਉਹਨਾਂ ਦੀਆਂ ਸਟਾਈਫੰਡ ਸੀਗਾ ਕੋਈ 30, 35, 40 ਇੰਨਾ ਕੁ ਮਿਲਦਾ ਸੀਗਾ। ਤੇ ਜਦੋਂ ਅਪਾਇੰਟਮੈਂਟਸ ਹੋਈਆਂ ਤਾਂ ਉਦੋਂ ਸੈਲਰੀ ਮਿਲੀ 15,000 ਰੁਪਈਆ। ਯਾਰ ਕੋਈ ਮਜ਼ਾਕ ਹੈਗਾ? ਇੱਕ ਬੰਦੇ ਨੇ ਆਪਣੀ ਜ਼ਿੰਦਗੀ ਦੇ 5-6 ਸਾਲ ਲਗਾ ਕੇ PhD ਕੀਤੀ ਆ, ਉਹ ਇਨਵੈਸਟ ਕੀਤੇ ਨੇ ਆਪਣੇ ਸਾਲ ਉੱਥੇ, ਤੇ 5 ਸਾਲ ਬਾਅਦ ਤੋਂ ਉਹਨੂੰ ਕਹਿ ਦਿੱਤਾ ਜਾਂਦਾ ਕਿ ਯਾਰ ਤੂੰ 15,000 ਲੈ ਲਾ ਬਸ। ਐਂਡ ਪੰਜਾਬ ਗਵਰਨਮੈਂਟ ਨੇ ਕੋਈ ਰਿਕਰੂਟਮੈਂਟ ਨਹੀਂ ਕੀਤੀ ਗਵਰਨਮੈਂਟ ਕਾਲਜਾਂ ਦੇ ਵਿੱਚ। 1925 ਜਿਹੜੀਆਂ ਆਪਣੀਆਂ ਏਡਡ ਕਾਲਜਾਂ ਦੇ ਵਿੱਚ ਅਪਾਇੰਟਮੈਂਟਾਂ ਹੋਈਆਂ ਨੇ, ਉਹ ਵੀ ਹਾਈ ਕੋਰਟ ਦੇ ਆਰਡਰ ਰਾਹੀਂ। ਇੱਥੇ ਮੈਂ ਗੱਲ ਨੋਟ ਕਰਨ ਵਾਲੀ ਹੈਗੀ ਹੈ ਕਿ ਗਵਰਨਮੈਂਟ ਨੇ ਪਹਿਲਾਂ ਕਿਹਾ ਸੀ ਵੀ ਇੱਥੇ ਬੈਨ ਹੈਗਾ ਰਿਕਰੂਟਮੈਂਟਸ ਦਾ, ਹਾਈ ਕੋਰਟ ਦੇ ਆਰਡਰ ਕਰਕੇ। ਪਰ ਪਿੱਛੇ ਜੇ ਅਖਬਾਰ 'ਚ ਖਬਰ ਆਈ ਸੀ, ਹਾਈ ਕੋਰਟ ਨੇ ਕਿਹਾ ਸੀ ਕਿੱਥੇ ਲਾਇਆ ਬੈਨ, ਅਸੀਂ ਕੋਈ ਆਰਡਰ ਤਾਂ ਲਿਆਓ, ਐਂਡ ਦੇਅਰ ਵਾਜ਼ ਨੋ ਆਰਡਰ। ਸੋ ਮੇਨ ਗੱਲ ਹੈਗੀ ਹੈ ਕਿ ਜੇ ਸਾਡੀ ਜਿਹੜੀ ਪੋਲੀਟੀਕਲ ਕਲਾਸ ਹੈਗੀ ਹੈ, ਇਹ ਓਨੈਸਟ ਹੋਊਗੀ ਐਜੂਕੇਸ਼ਨ ਪਾਲਿਸੀ ਦੇ ਵਾਸਤੇ, ਤਾਂ ਫਿਰ ਰਿਜ਼ਲਟ ਚੰਗੇ ਆਉਣਗੇ, ਅਨਇੰਪਲੋਇਮੈਂਟ ਵੀ ਘਟੇਗੀ। ਪਰ ਜੇ ਗਵਰਨਮੈਂਟ ਹੀ ਪਾਕ ਪਵਿੱਤਰ ਸਾਫ਼ ਨੀਤੀ ਨਹੀਂ ਰੱਖੇਗੀ, ਤਾਂ ਫਿਰ ਜੋ ਮਸ਼ਰੂਮਿੰਗ ਪਹਿਲਾਂ ਹੋ ਚੁੱਕੀ ਹੈਗੀ ਹੈ, ਇਹ ਅੱਗੇ ਹੋਰ ਵੀ ਜਾਵੇਗੀ। ਐਂਡ ਸਾਡਾ ਜਿਹੜਾ ਬੈਸਟ ਟੈਲੈਂਟ ਹੈਗਾ, ਉਹ ਇਸ ਵੇਲੇ
ਮਾਈਗ੍ਰੇਟ ਹੋ ਰਿਹਾ ਹੈਗਾ ਪੰਜਾਬ ਦੇ ਵਿੱਚ ਜੋ ਅਸੀਂ ਰਹਿ ਰਹੇ ਹੈਗੇ ਆ ਬੱਚੇ, ਕਿਉਂਕਿ ਉਹ ਇਸ ਲਈ ਛੱਡ ਕੇ ਜਾ ਰਹੇ ਵੀ ਸਿਸਟਮ ਨਹੀਂ ਹੈਗਾ, ਸਿਸਟਮ ਇੰਪਲੋਇਮੈਂਟ ਓਰੀਐਂਟਡ ਨਹੀਂ ਹੈਗਾ। ਹੁਣ ਚਲੋ ਪਾਲਿਸੀ ਆਈ ਹੈਗੀ ਆ ਤਾਂ ਉਹਦੇ ਵਿੱਚ ਵੋਕੇਸ਼ਨਲ ਸਬਜੈਕਟ ਆਫਟਰ 8th ਮੇਰੇ ਖਿਆਲ ਨਾਲ 6th ਤੋਂ ਬਾਅਦ ਉਹਨਾਂ ਨੇ ਵੋਕੇਸ਼ਨਲ ਦੀ ਗੱਲ ਕੀਤੀ ਹੈਗੀ ਆ। ਅੱਛਾ, ਇਹਦੇ ਵਿੱਚ ਸਿਲੇਬਸ ਦੇ ਵਿੱਚ ਵੀ ਕੋਈ ਚੇਂਜ ਵਗੈਰਾ ਕੀਤਾ ਗਿਆ? ਸਿਲੇਬਸ ਜਿਹੜਾ ਹੈਗਾ ਉਹ ਤਾਂ ਹਰ ਸਾਲ ਵੈਸੇ ਯੂਨੀਵਰਸਿਟੀ ਵੱਲੋਂ ਚੇਂਜ ਕੀਤਾ ਜਾਂਦਾ ਹੈਗਾ, ਬਟ ਉਹਨਾਂ ਨੇ ਇੱਕ ਫਰੇਮ ਲਾਈਨ ਦਿੱਤੀ ਹੈਗੀ, ਇੱਕ ਕਿਹਾ ਹੈਗਾ ਕਿ ਜਿਹੜਾ ਸਿਲੇਬਸ ਹੈਗਾ ਇਟ ਵਿਲ ਬੀ ਜੋ ਕਰੰਟ ਮਾਪਦੰਡ ਹੈਗੇ ਆ, ਜੋ ਸਾਇੰਟੀਫਿਕ ਟੈਂਪਰ ਹੈਗਾ, ਅਸੀਂ ਸਾਇੰਸ ਨੂੰ ਪ੍ਰਮੋਟ ਕਰਨਾ ਹੈਗਾ, ਜੋ ਇੱਕ ਐਨਾਲਾਈਟੀਕਲ ਐਬਿਲਿਟੀ ਹੈਗੀ ਆ ਸਟੂਡੈਂਟਸ ਦੀ, ਜੋ ਸਕੂਲਾਂ ਦੇ ਵਿੱਚ ਜਿਹੜਾ ਬੈਗ ਦਾ ਭਾਰੀ ਭਰਕਮ ਬੋਝ ਹੈਗਾ ਉਹ ਘੱਟ ਕਰਨਾ ਹੈਗਾ। ਐਪਲੀਕੇਬਿਲਿਟੀ ਸਟੱਡੀ ਆ ਉਹਨੂੰ ਆਪਾਂ ਐਪਲੀਕੇਬਲ ਕਿੱਦਾਂ ਕਰਨਾ, ਉਸ ਚੀਜ਼ ਨੂੰ ਸਰਕਾਰ ਲੈ ਕੇ ਚੱਲੀ। ਹੁਣ ਇੱਥੇ ਇਹ ਗੱਲ ਇਹ ਵੀ ਕਹਿਣੀ ਬਣਦੀ ਹੈ, ਕੋਈ ਵੀ ਸਰਕਾਰ ਇੱਥੇ ਬੈਠੇ ਆਪਾਂ ਗੱਲ ਕਰ ਸਕਦੇ ਹਾਂ, ਸਾਹਮਣੇ ਲੋਕਾਂ ਨਾਲ ਗੱਲ ਕਰ ਸਕਦੇ ਹਾਂ। ਬਾਹਰ ਦੀਆਂ ਜਿਹਦੀ ਆਪਾਂ ਬਾਹਰਲੇ ਸਟੇਟਾਂ ਦੀ ਗੱਲ ਕਰਦੇ, ਕੰਟਰੀਜ਼ ਦੀ ਗੱਲ ਕਰਦੇ ਜਿਹੜੀਆਂ ਬਹੁਤ ਡਿਵੈਲਪਡ ਨੇ, ਉਹਨਾਂ ਨੇ 3 ਮੁੱਦੇ ਮੇਨ ਰੱਖੇ ਹੋਏ ਆ ਜਿਹੜੇ ਲੋਕਾਂ ਨੂੰ ਲੈ ਕੇ, ਤੇ ਉਹਨਾਂ ਦੇ ਆਧਾਰ ਤੇ ਉਹ ਸਟੇਟ ਤਰੱਕੀ ਕਰ ਰਹੇ। 3 ਮੁੱਦੇ ਕੀ ਆ ਜਿਹੜੇ ਅਸੀਂ ਵੀ ਕਿਤੇ ਅਪਣਾਏ ਸੀ ਲੇਕਿਨ ਅਸੀਂ ਇੰਪਲੀਮੈਂਟ ਉਹ ਨਹੀਂ ਕਰ ਸਕੇ। ਇੱਕ ਤਾਂ ਹੈਗਾ ਐਜੂਕੇਸ਼ਨ, ਦੂਸਰਾ ਹੈਗਾ ਹੈਲਥ, ਤੀਸਰੀ ਹੈਗੀ ਸੋਸ਼ਲ ਸਿਕਿਉਰਿਟੀ। ਅੱਜ ਸਰਕਾਰਾਂ ਇਹ ਤੁਹਾਨੂੰ ਮੁਫਤ ਜਾਂ ਵਧੀਆ ਤਰੀਕੇ ਨਾਲ ਦੇਣ ਲੱਗ ਪੈਣ ਤਾਂ ਦਿਨਾਂ 'ਚ ਤੁਹਾਡੇ ਸਟੇਟ ਦੀ, ਤੁਹਾਡੀ ਕੰਟਰੀ ਦੀ, ਤੁਹਾਡੇ ਏਰੀਆ ਦੀ ਨੁਹਾਰ ਬਦਲ ਸਕਦੀ। ਅਤੇ ਸਟੇਟਾਂ ਜਿਹੜੀਆਂ ਸਰਕਾਰਾਂ ਜਾਂ ਪਾਰਟੀਆਂ ਉਹਨਾਂ ਨੂੰ ਕਟੋਰਾ ਲੈ ਕੇ ਵੋਟਾਂ ਮੰਗਣ ਦੀ ਵੀ ਲੋੜ ਨਹੀਂ ਪੈਣੀ। ਇਨ ਕੇਸ ਲੋਕਾਂ ਨੂੰ ਇਹ 3 ਚੀਜ਼ਾਂ ਪ੍ਰੋਵਾਈਡ ਕਰ ਦਿੱਤੀਆਂ ਜਾਣ ਪ੍ਰੋਪਰ ਤਰੀਕੇ ਨਾਲ ਤਾਂ ਓਬਵੀਅਸਲੀ ਸਰਕਾਰਾਂ ਵਿਨਿੰਗ ਸਟ੍ਰੀਕ 'ਤੇ ਜਾ ਸਕਦੀਆਂ। ਅੱਛਾ, 34 ਸਾਲ ਬਾਅਦ ਇਹ ਪਾਲਿਸੀ ਨੂੰ ਮਨਜ਼ੂਰੀ ਦਿੱਤੀ ਗਈ ਹੈ ਨਵੀਂ ਨੂੰ, ਲੱਗਦਾ ਕਿ ਅਜੇ ਵੀ ਇਹਦੇ ਵਿੱਚ ਹੋਰ ਸੁਧਾਰ ਦੀ ਲੋੜ ਹੈ? ਓਬਵੀਅਸਲੀ ਜਿਹੜੀ ਵੀ ਕੋਈ ਪਾਲਿਸੀ ਬਣਦੀ ਆ, ਇੱਕ ਸਾਡਾ ਪੋਲੀਟੀਕਲ ਸਾਇੰਸ ਦਾ ਕਨਸੈਪਟ ਆਉਂਦਾ ਆ ਵੀ ਥੀਸਿਸ, ਐਂਟੀਥੀਸਿਸ ਤੇ ਸਿੰਥਸਿਸ। ਇੱਕ ਕੋਈ ਚੀਜ਼ ਬਣਦੀ ਆ, ਸਮੇਂ ਦੇ ਨਾਲ ਤੁਸੀਂ ਉਹਦੇ ਕੋਈ ਨੈਗੇਟਿਵ ਪੁਆਇੰਟਸ ਵੀ ਲੱਭਣ ਲੱਗ ਪੈਂਦੇ ਹੋ, ਫਿਰ ਉੱਤੇ ਫਿਰ ਰਿਸਰਚ ਹੁੰਦੀ ਆ ਤੇ ਫਿਰ ਉਹਦੇ ਚੋਂ ਹੀ ਕੋਈ ਨਵੀਂ ਚੀਜ਼ ਆਪਾਂ ਕੱਢ ਕੇ ਲੈ ਆਉਂਦੇ। ਸੋ ਜੇ 34 ਸਾਲਾਂ ਬਾਅਦ ਇਹ ਪਾਲਿਸੀ ਆਈ ਆ, ਓਬਵੀਅਸਲੀ ਇਹ ਪੋਜ਼ਿਟਿਵ ਟਰਮਸ ਲੈ ਕੇ ਆਈ, ਲੇਕਿਨ ਸਮੇਂ ਦੇ ਨਾਲ ਜਿਹੜੇ ਲੂਪ ਹੋਲਸ ਆ ਉਹ ਵਿੱਚੋਂ ਸਾਹਮਣੇ ਆਉਣਗੇ ਤੇ ਫਿਰ ਪਤਾ ਲੱਗੂਗਾ ਵੀ ਇਹ ਪਾਲਿਸੀ ਕਿਸ ਪਾਸੇ ਵੱਲ ਜਾ। ਇੱਕ ਮੈਂ ਚੀਜ਼ ਐਡ ਕਰਨੀ ਚਾਹਾਂਗਾ ਕਿ ਜਿਹੜਾ ਇੱਕ ਰਿਵਰਸ ਬ੍ਰੇਨ ਡਰੇਨ ਹੋਣਾ ਚਾਹੀਦਾ ਆਪਣੇ ਇੰਡੀਆ ਦੇ ਵਿੱਚ। ਫੋਰ ਐਗਜ਼ਾਮਪਲ ਮੈਂ ਪੰਜਾਬ ਯੂਨੀਵਰਸਿਟੀ ਤੋਂ ਕੋਈ ਸਟੂਡੈਂਟ ਜੇ ਮੰਨ ਲਓ PhD ਕਰਦਾ ਫਿਜ਼ਿਕਸ ਦੇ ਵਿੱਚ, ਕਿਉਂਕਿ ਸਕਾਲਰਸ਼ਿਪ ਕਿਹਨੇ ਦਿੱਤੀ? UGC ਨੇ, ਗਵਰਨਮੈਂਟ ਆਫ ਇੰਡੀਆ ਨੇ। PhD ਕਰਕੇ ਕੈਨੇਡੀਅਨ ਗਵਰਨਮੈਂਟ ਉਹਨਾਂ ਨੂੰ ਇੱਕ ਸਕਾਲਰਸ਼ਿਪ ਦੇ ਉੱਪਰ ਬੁਲਾ ਲੈਂਦੀ ਹੈਗੀ, ਤੁਸੀਂ ਇੱਥੇ ਫਰਦਰ ਰਿਸਰਚ ਕਰੋ, ਠੀਕ ਹੈ। ਉਹਨਾਂ ਨੂੰ ਸਕਾਲਰਸ਼ਿਪ ਉੱਥੇ ਮਿਲ ਰਹੀ ਹੈ, NL+ ਇਹ ਬੋਲਦੇ ਕਿ ਤੁਹਾਨੂੰ ਜੋਬ ਵੀ ਦੇਵਾਂਗੇ ਅਸੀਂ ਇੱਥੇ। ਸੋ ਮੈਨੂੰ ਲੱਗਦਾ ਕਿ ਉਹ ਜਿਹੜਾ ਟੈਲੈਂਟ ਹੈਗਾ ਜਿਹੜਾ ਕਿ ਸਾਡੇ ਮੁਲਕ ਦੇ ਵਿੱਚ ਲੱਗਣਾ ਸੀਗਾ ਉਹ ਨਹੀਂ ਲੱਗਿਆ ਇੱਥੇ ਨਾ, ਖਰਚਾ ਅਸੀਂ ਕਰ ਦਿੱਤਾ ਤੇ ਇੱਕ ਬਣਿਆ ਬਣਾਇਆ ਪ੍ਰੋਫੈਸਰ ਉਹ ਕੈਨੇਡੀਅਨ ਗਵਰਨਮੈਂਟ ਲੈ ਗਈ ਆਪਣੇ ਕੋਲ, ਤੇ ਸਾਡੇ ਪੱਲੇ ਕੀ ਰਹੇਗਾ ਫਿਰ? ਅਸੀਂ ਉਹਨੂੰ ਪੂਰਾ ਤਿਆਰ ਕਰ ਦਿੱਤਾ। ਹਾਇਰ ਐਜੂਕੇਸ਼ਨ ਦੇ ਵਿੱਚ ਜਦੋਂ ਸਟੂਡੈਂਟਸ ਜਿਹੜਾ ਹੈਗਾ, ਕਿਉਂਕਿ ਉਹ ਟੀਚਰ ਨੂੰ ਉਹਨੇ ਪੈਸੇ ਨਹੀਂ ਮਿਲ ਰਹੇ ਇੱਥੇ, ਡੈਟ ਵਾਜ਼ ਦਾ ਰੀਜ਼ਨ ਕਿ ਉਹ ਬਾਹਰ ਜਾ ਰਿਹਾ ਹੈਗਾ। ਉਹ ਰਿਵਰਸ ਡਰੇਨ ਜਿਹੜੀ ਹੈਗੀ ਆ, ਬ੍ਰੇਨ ਡਰੇਨ, ਉਹ ਕਿਵੇਂ ਆਏਗੀ ਇੱਥੇ? ਉਹ ਫਿਰ ਹੀ ਕੰਟਰੀਬਿਊਟ ਕਰੇਗਾ ਨਾ ਇੱਥੇ, ਜੇ ਉਹਦੀ ਐਜੂਕੇਸ਼ਨ ਜਿਹੜੀ ਉਹਦੀ ਕੁਆਲੀਫਿਕੇਸ਼ਨ ਹੈਗੀ ਹੈ, ਜੇ ਉਹਦਾ ਤੇ ਆਪਣੇ ਪਰਿਵਾਰ ਦਾ ਉਹ ਪੇਟ ਪਾਲਣ ਦੀ ਸਮਰੱਥ ਹੋਏਗੀ। ਸੋ ਇਹ ਜਿਹੜੀ ਮੇਨ ਚੀਜ਼ ਹੈਗੀ ਹੈ, ਇਸ ਵੇਲੇ ਕਾਲਜਾਂ ਵਿੱਚ ਵੀ ਵੈਕੈਂਸੀਆਂ ਬਹੁਤ ਨੇ, ਯੂਨੀਵਰਸਿਟੀਆਂ ਵੀ ਖਾਲੀ ਪਈਆਂ ਹੈਗੀਆਂ। ਸੋ ਇਹ ਰਿਕਰੂਟਮੈਂਟ ਇੱਥੇ ਫੁੱਲ ਸਕੇਲ ਦੇ ਉੱਪਰ ਇਹ ਮਸਟ ਹੋਣੀ ਚਾਹੀਦੀ ਆ, ਨਹੀਂ ਤਾਂ ਜਿਹੜੀ ਇਹ ਪਾਲਿਸੀ ਹੈਗੀ ਆ, ਜਿਸ ਤਰ੍ਹਾਂ ਪਹਿਲਾਂ ਦੀ ਪਾਲਿਸੀਆਂ ਬਣੀਆਂ ਸੀ ਕਿ 1968 ਵਿੱਚ ਸੁਪਨਾ ਦੇਖਿਆ ਸੀ ਵੀ 6% GDP ਦਾ ਇਨਵੈਸਟ ਕਰਾਂਗੇ, ਕਿਤੇ ਉਸ ਤਰ੍ਹਾਂ ਬਣ ਕੇ ਨਾ ਰਹਿ ਜਾਵੇ। ਅੱਛਾ, ਫਾਇਦੇ ਤਾਂ ਇਹਦੇ ਤੁਸੀਂ ਦੱਸੇ ਜਿਹੜੇ ਸਟੂਡੈਂਟ ਨੂੰ ਹੋਣਗੇ, ਇਹਦੇ ਨੁਕਸਾਨ ਕੀ ਮੰਨਦੇ ਹੋ ਵੀ ਇਹ ਪਾਲਿਸੀ ਦੇ ਡਰਾਬੈਕ ਕੀ ਨੇ? ਇੱਕ ਤਾਂ ਜਿਹੜਾ ਹੈਗਾ ਟੀਚਰ ਦੇ ਵਾਸਤੇ, ਜਿਵੇਂ ਅਸੀਂ ਐਫੀਲੀਏਸ਼ਨ ਦੀ ਗੱਲ ਕੀਤੀ ਹੈਗੀ, ਇੱਕ ਰੈਗੂਲੇਟਰੀ ਜਿਹੜੀ ਅਥਾਰਟੀ ਹੈਗੀ ਆ ਉਹ ਯੂਨੀਵਰਸਿਟੀ ਹੈਗੀ ਆ, ਅਪਾਇੰਟਮੈਂਟਸ ਥਰੂ, ਫਿਰ ਉਹਨਾਂ ਦਾ ਕੋਈ ਡਿਸਿਪਲਿਨਰੀ ਐਕਸ਼ਨ ਹੈਗਾ, ਕੋਈ ਪ੍ਰੋਪਰ ਪ੍ਰੋਸੀਜਰ ਹੈਗਾ। ਪਰ ਜਦੋਂ ਸਾਰਾ ਕੁਛ ਗਵਰਨਿੰਗ ਜਿਹੜੀਆਂ ਆਪਣੀਆਂ ਅਥਾਰਟੀਜ਼ ਹੈਗੀਆਂ ਨੇ ਡਿਫਰੈਂਟ ਕਾਲਜਾਂ ਦੀਆਂ, ਚਾਹੇ ਗਵਰਨਮੈਂਟ ਹੈਗੀਆਂ ਚਾਹੇ ਪ੍ਰਾਈਵੇਟ ਹੈਗੀਆਂ, ਤੁਸੀਂ ਫ੍ਰੀ ਕਰ ਦੋਗੇ ਤਾਂ ਇਟ ਇਜ਼ ਅ ਮੈਟਰ ਆਫ ਐਕਸਪਲੋਇਟੇਸ਼ਨ ਇਹ ਬਣੇਗਾ। ਸਟੂਡੈਂਟਸ ਦੇ ਵਾਸਤੇ ਇਸ ਪਾਲਿਸੀ ਦੇ ਵਿੱਚ ਬੈਨੀਫਿਟ ਹੀ ਬੈਨੀਫਿਟ ਨੇ, ਕਿਉਂਕਿ ਜਿਹੜੀ ਉਹਦੀ ਮੰਨ ਲਓ ਜੇ ਉਹ ਕਿਸੇ ਕਾਰਨ ਕਰਕੇ 2 ਸਾਲ ਬਾਅਦ ਡਿਗਰੀ ਛੱਡ ਵੀ ਜਾਂਦਾ ਹੈਗਾ ਤਾਂ ਉਹ ਜਿਹੜਾ ਡਿਜੀ ਲੋਕਰ ਹੈਗਾ ਉਹਦੇ ਵਿੱਚ ਸੇਫ ਹੈਗਾ,
ਉਹਦੇ ਕੋਲ ਇੱਕ ਡਿਗਰੀ ਮਿਲਣੀ ਹੈ, ਅੱਜ ਨਹੀਂ ਤਾਂ 2 ਸਾਲ ਬਾਅਦ ਮਿਲ ਜੇਗੀ, 4 ਸਾਲ ਬਾਅਦ ਮਿਲ ਜੇਗੀ। ਉਹਦਾ ਜਿਹੜਾ 2 ਸਾਲ ਲਗਾਏ ਹੈਗੇ ਉਹ ਖਤਮ ਨਹੀਂ ਹੋ, ਮਤਲਬ ਕਿ ਉਹ ਬੇਕਾਰ ਨਹੀਂ ਜਾਣਗੇ। ਸਟੂਡੈਂਟਸ ਦੇ ਕੋਲ ਬਹੁਤ ਸਾਰੀਆਂ ਆਪਸ਼ਨਸ ਓਪਨ ਹੋ ਗਈਆਂ ਨੇ, ਵੋਕੇਸ਼ਨਲ ਕੋਰਸਿਸ ਹੋਣਗੇ ਨਾਲ ਉਹ ਅਟੈਚ ਕਰ ਸਕਦਾ ਆਪਣੇ। ਸੋ ਮੈਂ ਇਹਦੇ ਵਿੱਚ ਕ੍ਰਿਟਿਸਾਈਜ਼ ਨਹੀਂ ਕਰਾਂਗਾ, ਸਟੂਡੈਂਟਸ ਦੇ ਵਾਸਤੇ ਇਹ ਪਾਲਿਸੀ ਬੈਨੀਫਿਟ ਹੈਗੀ ਹੈ। ਜੇਕਰ ਸਰ ਇਹਦਾ ਨਿਚੋੜ ਕੱਢਣਾ ਹੋਏ ਪਾਲਿਸੀ ਦਾ, ਨਵੀਂ ਜਿਹੜੀ ਐਜੂਕੇਸ਼ਨ ਪਾਲਿਸੀ ਆ, ਨਿਚੋੜ ਕੀ ਕੱਢਦੇ ਹੋ ਵੀ ਕਿੰਨਾ ਕੁ ਹੁਣ ਫਾਇਦਾ ਰਹੇਗਾ ਇਹਦਾ, ਸਟੂਡੈਂਟ ਨੂੰ ਕਿੰਨਾ ਕੁ ਜ਼ਿਆਦਾ ਫਾਇਦਾ ਮੰਨਦੇ ਹੋ? ਦੇਖੋ, ਸਟੂਡੈਂਟ ਵਾਸਤੇ ਸ਼ੁਰੂ ਤੋਂ ਲੈ ਕੇ ਹਾਇਰ ਸਟੇਜ ਤੱਕ ਇੱਕ ਵਾਈਡ ਸਫੇਅਰ ਉਹਦੇ ਸਾਹਮਣੇ। ਅੱਗੇ ਤੇ ਇੱਕ ਪਾਸੇ ਸਟੂਡੈਂਟ ਤੁਰਿਆ, ਜਦੋਂ ਉਹਨੇ 10th ਤੋਂ ਬਾਅਦ ਜੋ ਸਟਰੀਮ ਚੁਣੀ, ਵਨ ਵੇ ਇੱਕ ਟ੍ਰੈਫਿਕ। ਲੇਕਿਨ ਹੁਣ ਜਦੋਂ ਇਹ ਗ੍ਰੇਡਿੰਗ ਤੁਹਾਡੀ 5+3+3+4 ਤਾਂ ਇੱਕ ਤਾਂ ਗ੍ਰੈਜੂਏਸ਼ਨ ਨੂੰ ਗ੍ਰੈਜੂਏਟ ਹੋਣ 'ਚ ਤੁਹਾਨੂੰ ਸਮਾਂ ਜ਼ਿਆਦਾ ਦਿੱਤਾ ਗਿਆ। ਗ੍ਰੈਜੂਏਟ ਸਹੀ ਮਹੀਨਿਆਂ 'ਚ ਮਤਲਬ ਕਿ ਤੁਸੀਂ ਵਧੀਆ ਤੇ ਵੱਧ ਨੌਲੇਜ ਲੈ ਸਕਦੇ। ਦੂਸਰੀ ਗੱਲ ਇਹ ਆ ਵੀ ਤੁਸੀਂ ਆਪਣੀ ਚੋਇਸ ਦਾ ਸਬਜੈਕਟ ਵਿੱਚ ਹੋਰ ਐਡ ਕਰ ਸਕਦੇ, ਮੇਜਰ ਐਂਡ ਮਾਈਨਰ। ਉਹਦੇ ਨਾਲ ਕਈ ਵਾਰੀ ਜਿੱਦਾਂ ਆਮ ਆਪਾਂ ਸੁਸਾਇਟੀ 'ਚ ਵੀ ਦੇਖਦੇ ਹਾਂ ਜਾਂ ਪ੍ਰੋਗਰਾਮਸ ਫਿਲਮਾਂ 'ਚ ਵੀ ਦੇਖਦੇ ਹਾਂ ਵੀ ਇੱਕ ਬਰਡਨ ਕਈ ਵਾਰੀ ਕੋਈ ਇੱਕ ਸਟੱਡੀ ਬਣ ਜਾਂਦੀ ਹੈ ਸਟੂਡੈਂਟ ਦੇ ਉੱਤੇ। ਲੇਕਿਨ ਜਦੋਂ ਤੁਸੀਂ ਉਹਦੀ ਮਰਜ਼ੀ ਦਾ ਇੱਕ ਸਬਜੈਕਟ ਨਾਲ ਦੇ ਦਿੰਦੇ ਹੋ ਤਾਂ ਇਟ ਬਿਕਮਸ ਮੋਰ ਇੰਟਰਸਟਿੰਗ। ਠੀਕ ਹੈ, ਤੇ ਉਹ ਉਸ ਇੰਟਰਸਟ ਨੂੰ ਲੈ ਕੇ ਅੱਗੇ ਤੁਰਿਆ ਰਹਿੰਦਾ। ਠੀਕ ਹੈ, ਉਹਦੇ ਨਾਲ ਉਹਦੇ ਐਵਨਿਊਜ਼ ਥੋੜ੍ਹੇ ਜ਼ਿਆਦਾ ਖੁੱਲ੍ਹ ਜਾਂਦੇ। ਇੱਕ ਤਾਂ ਆਪਣੀ ਸਟਰੀਮ ਦੀ ਪੜ੍ਹਾਈ ਉਹਦੀ ਮਿਲ ਗਈ, ਨਾਲ ਦੀ ਨਾਲ ਇਨ ਕੇਸ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕੰਪੀਟੀਟਿਵ ਐਗਜ਼ਾਮਸ ਜਾਂ ਉਹਦੇ ਵਾਸਤੇ ਉਹਨੇ ਤਿਆਰੀ ਕਰਨੀ, ਸਾਈਡ ਬਾਏ ਸਾਈਡ ਉਹਦੀ ਤਿਆਰੀ ਵੀ ਹੁੰਦੀ ਹੈ। ਯਾਨੀ ਕਿ ਮੇਜਰ ਚੇਂਜ ਜਿਹੜੀ ਇਹੀ ਹੈ ਇਹਨਾਂ ਦੀ, ਮੇਰੇ ਹਿਸਾਬ ਨਾਲ ਤਕਰੀਬਨ ਇਹੀ ਹੈ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ। ਇਹ ਸੀ ਪ੍ਰੋਫੈਸਰ ਹਰਜੀਤ ਸਿੰਘ ਅਤੇ ਕਰਨਵੀਰ ਸਿੰਘ, ਜਿਨ੍ਹਾਂ ਨੇ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ, ਆਸਾਨ ਭਾਸ਼ਾ ਦੇ ਵਿੱਚ ਸਮਝਾਇਆ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਜਿਹੜੀ ਮਨਜ਼ੂਰੀ ਦੇ ਦਿੱਤੀ ਗਈ ਆ ਉਹਦੇ ਸਟੂਡੈਂਟ ਨੂੰ ਕੀ ਫਾਇਦੇ ਹੋਣਗੇ। ਕਿਉਂਕਿ ਪਹਿਲਾਂ ਸਟੂਡੈਂਟ ਨੂੰ ਇੱਕ ਨੂੰ ਜਦੋਂ ਗ੍ਰੈਜੂਏਸ਼ਨ ਕਰਦਾ ਸੀ ਜਾਂ ਰਸਤੇ ਵਿੱਚ ਛੁੱਟ ਜਾਂਦੀ ਸੀ, ਉਹਦੀ ਕਿਸੇ ਤਰੀਕੇ ਨਾਲ ਗੈਪ ਪੈ ਜਾਂਦਾ ਸੀ, ਤਾਂ ਉਹਦਾ ਖਰਚਾ ਵੀ ਉਹਨੂੰ ਦੁਬਾਰਾ ਕਰਨਾ ਪੈਂਦਾ ਸੀ, ਦੁਬਾਰਾ ਤੋਂ ਕਰਨੀ ਪੈਂਦੀ ਸੀ। ਇਹਦੇ ਵਿੱਚ ਇੱਕ ਮੇਜਰ ਜਿਹੜੀ ਚੇਂਜ ਕੀਤੀ ਗਈ ਹੈ ਕਿ ਉਹ ਸਟੂਡੈਂਟ ਨੂੰ ਉਹ ਜਿਹੜੀ ਉਹਦੇ ਪੈਸੇ ਵੇਸਟ ਨਹੀਂ ਹੋਣਗੇ ਅਤੇ ਉਸਨੂੰ ਜੇਕਰ ਉਹਨੇ 1 ਸਾਲ ਲਗਾਇਆ ਤਾਂ ਉਹਨੂੰ ਡਿਪਲੋਮਾ ਦੇ ਦਿੱਤਾ ਜਾਏਗਾ ਅਤੇ 4 ਸਾਲ ਬਾਅਦ ਉਹਦੀ ਡਿਗਰੀ ਕੰਪਲੀਟ ਹੋ ਜਾਏਗੀ। ਇਹ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਇਹਦੇ ਕੁਝ ਜਿਹੜੇ ਮਹੱਤਵਪੂਰਨ ਤੱਤ ਸੀ, ਜਿਹੜੇ ਪੁਆਇੰਟ ਸੀ, ਉਹ ਪ੍ਰੋਫੈਸਰ ਸਾਹਿਬ ਹੋਣਾ ਨੇ ਸਾਡੇ ਨਾਲ ਡਿਸਕਸ ਕੀਤੇ ਨੇ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।